ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਸਾਰੰਗ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ ਸਾਰੰਗ ਕੀ ਵਾਰ ਦੀਆਂ 31 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 32ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1249 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਪਰਾਈ ਅਮਾਨ ਕਿਉਂ ਰੱਖੀਐ, ਦਿੱਤੀ ਹੀ ਸੁਖ ਹੋਏ, ਗੁਰ ਕਾ ਸ਼ਬਦ ਗੁਰ ਥੈ ਟਿਕੈ, ਹੋਰ ਥੈ ਪ੍ਰਗਟ ਨਾ ਹੋਏ। ਪਰਾਈ ਅਮਾਨ ਦਾ ਮਤਲਬ ਪਰਾਈ ਅਮਾਨਤ, ਅਮਾਨ ਦਾ ਮਤਲਬ ਅਮਾਨਤ, ਦਿੱਤੀ ਹੀ ਦਾ ਮਤਲਬ ਦਿੱਤਿਆਂ ਹੀ। ਬਿਗਾਨੀ ਅਮਾਨਤ ਸਾਂਭ ਨਹੀਂ ਲੈਣੀ ਚਾਹੀਦੀ। ਬਿਗਾਨੀ ਅਮਾਨਤ ਬਗਾਨੇ ਨੂੰ ਦਿੱਤਿਆਂ ਹੀ ਸੁਖ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਇੱਜ਼ਤ ਮਿਲਦੀ ਹੈ। ਬਿਗਾਨੀ ਅਮਾਨਤ ਕਦੇ ਵੀ ਸਾਂਭ ਲੈਣੀ ਨਹੀਂ ਚਾਹੀਦੀ, ਰੱਖਣੀ ਨਹੀਂ ਚਾਹੀਦੀ, ਸਗੋਂ ਉਸ ਦੀ ਅਮਾਨਤ ਵਾਪਸ ਕਰਨੀ ਚਾਹੀਦੀ ਹੈ। ਅਮਾਨਤ ਵਾਪਸ ਕਰਨ ਦੇ ਅੰਦਰ ਹੀ ਖੁਸ਼ੀ ਮਿਲਦੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਜੇਕਰ ਅਸੀਂ ਕਿਸੇ ਨੇ ਕੋਈ ਸ਼ੈ ਰੱਖੀ ਹੈ, ਮੰਨ ਲਓ ਤੁਹਾਡੇ ਕੋਲ ਕਿਸੇ ਨੇ 10-20 ਹਜ਼ਾਰ ਰੁਪਇਆ ਰੱਖਿਆ ਹੈ ਤੇ ਤੁਸੀਂ ਉਹਦਾ 10-20 ਹਜ਼ਾਰ ਰੁਪਇਆ ਸਾਰਾ ਹੀ ਵਾਪਸ ਨਾ ਕਰੋ ਤਾਂ ਕਿੰਨੀ ਮਾੜੀ ਗੱਲ ਹੈ। ਤੇ ਜੇ ਉਹਦੀ ਅਮਾਨਤ ਜੇ ਕੋਈ 10-20 ਹਜ਼ਾਰ ਰੁਪਏ ਚੋਂ 1000-2000 ਵੀ ਵੱਖਰਾ ਕਰੋ ਤਾਂ ਵੀ ਠੀਕ ਨਹੀਂ ਹੈ। ਅਮਾਨਤ ਵਾਪਸ ਕਰਨੀ ਚਾਹੀਦੀ ਹੈ, ਜਿਵੇਂ ਕੋਈ ਚੀਜ਼ ਲਈ ਹੈ ਉਵੇਂ ਵਾਪਸ ਕਰਨੀ ਚਾਹੀਦੀ ਹੈ। ਤਾਂ ਇੱਕ ਤਾਂ ਸਾਨੂੰ ਇਥੋਂ ਸਿੱਖਿਆ ਮਿਲ ਰਹੀ ਹੈ ਕਿ ਅਮਾਨਤ ਵਿੱਚ ਖਿਆਨਤ ਨਹੀਂ ਕਰਨੀ ਚਾਹੀਦੀ, ਸਾਨੂੰ ਸੱਚੀ ਸੁੱਚੀ ਜ਼ਿੰਦਗੀ ਜੀਣੀ ਚਾਹੀਦੀ ਹੈ। ਪਹਿਲੀ ਗੱਲ, ਜੇ ਅਮਾਨਤ ਰੱਖਣ ਦਾ ਯਤਨ ਕਰੀਏ ਤਾਂ ਉਹ ਗੱਲ ਗਲਤ ਹੋਏਗੀ। ਇਸੇ ਤਰ੍ਹਾਂ ਸਾਡਾ ਇਹ ਸਰੀਰ ਹੈ, ਜੀਵਨ ਹੈ, ਇਹਨੇ ਵੀ ਇੱਕ ਦਿਨ ਖਤਮ ਹੋ ਜਾਣਾ ਹੈ। ਇਹ ਚੀਜ਼ਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ। ਗੁਰ ਕਾ ਸ਼ਬਦ ਗੁਰ ਥੈ ਟਿਕੈ, ਹੋਰ ਥੈ ਪ੍ਰਗਟ ਨਾ ਹੋਏ। ਗੁਰ ਥੈ ਦਾ ਮਤਲਬ ਗੁਰੂ ਦੇ ਵਿੱਚ, ਹੋਰ ਥੈ ਦਾ ਮਤਲਬ ਕਿਸੇ ਹੋਰ ਦੇ ਅੰਦਰ। ਜੋ ਗੁਰੂ ਦਾ ਸ਼ਬਦ ਹੈ, ਗੁਰੂ ਦਾ ਗਿਆਨ ਹੈ, ਉਹ ਗੁਰੂ ਵਿੱਚ ਹੀ ਟਿਕਦਾ ਹੈ। ਭਾਵ ਕਿ ਗੁਰੂ ਦਾ ਗਿਆਨ ਗੁਰੂ ਪਾਸੋਂ ਹੀ ਮਿਲ ਸਕਦਾ ਹੈ, ਉੱਥੋਂ ਹੀ ਪ੍ਰਗਟ ਹੁੰਦਾ ਹੈ। ਹੋਰ ਥੈ ਪ੍ਰਗਟ ਨਾ ਹੋਏ, ਕਿਸੇ ਹੋਰ ਦੇ ਅੰਦਰ ਉਹ ਪ੍ਰਗਟ ਨਹੀਂ ਹੋ ਸਕਦਾ। ਜੋ ਗੁਰੂ ਦਾ ਗਿਆਨ ਹੈ ਉਹ ਗੁਰੂ ਦੇ ਕੋਲ ਹੀ ਹੈ। ਉਹ ਗਿਆਨ ਹੁਣ ਸਾਨੂੰ ਹੋਰ ਕਿਤੋਂ ਨਹੀਂ ਮਿਲ ਸਕਦਾ। ਜੋ ਲੈਵਲ ਗੁਰੂ ਦੇ ਗਿਆਨ ਦਾ ਹੈ, ਉਸ ਲੈਵਲ ਦਾ ਬੰਦਾ ਹੋਰ ਨਹੀਂ ਹੈ। ਯੂਨੀਵਰਸਲ ਟਰੁੱਥ ਦੇ ਮੁਕਾਬਲੇ ਜੇ ਕੋਈ ਹੋਰ ਨਹੀਂ ਹੈ ਤਾਂ ਉੱਥੋਂ ਸ਼ੈ ਨਹੀਂ ਮਿਲੇਗੀ। ਜਿਸ ਨੂੰ ਉਸ ਚੀਜ਼ ਦਾ ਤਜਰਬਾ ਨਹੀਂ, ਗਿਆਨ ਨਹੀਂ, ਜੇ ਉੱਥੋਂ ਅਸੀਂ ਉਹ ਚੀਜ਼ ਹਾਸਲ ਕਰਨ ਦਾ ਯਤਨ ਕਰਾਂਗੇ ਤਾਂ ਉਹ ਨਹੀਂ ਮਿਲੇਗੀ। ਜੇ ਅਸੀਂ ਪੀਰਾਂ ਤੋਂ, ਜੋਤਸ਼ੀਆਂ ਤੋਂ, ਬਾਬਿਆਂ ਤੋਂ, ਮੜੀਆਂ ਕਬਰਾਂ ਤੋਂ ਉਹ ਜੀਵਨ ਦੀ ਜੁਗਤ ਸਿੱਖਣਾ ਚਾਹੀਏ ਜਾਂ ਬ੍ਰਹਿਮੰਡੀ ਸੱਚ ਲੈਣਾ ਚਾਹੀਏ ਤਾਂ ਉਹ ਨਹੀਂ ਮਿਲ ਪਾਏਗਾ। ਤਾਂ ਸਤਿਗੁਰੂ ਦਾ ਸ਼ਬਦ ਸਤਿਗੁਰੂ ਵਿੱਚ ਹੀ ਟਿਕਦਾ ਹੈ, ਉਹ ਕਿਸੇ ਹੋਰ ਦੇ ਅੰਦਰ ਪ੍ਰਗਟ ਨਹੀਂ ਹੁੰਦਾ। ਅੰਨੇ ਵਸ ਮਾਣਕ ਪਿਆ, ਘਰ ਘਰ ਵੇਚਣ ਜਾਏ। ਜੇ ਮੋਤੀ ਕਿਸੇ ਅੰਨੇ ਬੰਦੇ ਨੂੰ ਮਿਲ ਜਾਏ ਔਰ ਉਹ ਘਰ ਘਰ ਵੇਚਣ ਵਾਸਤੇ ਲਈ ਫਿਰਦਾ ਹੈ, ਮਾਣਕ ਦਾ ਮਤਲਬ ਮੋਤੀ। ਜੇ ਕੋਈ ਬੰਦਾ ਅੰਧਾ ਹੋਵੇ, ਜਿਸ ਨੂੰ ਦਿਸਦਾ ਨਹੀਂ, ਜਮਾਂਦਰੂ ਅੰਨਾ ਹੈ, ਤੇ ਉਹਦੇ ਹੱਥ ਦੇ ਅੰਦਰ ਕੋਈ ਕੀਮਤੀ ਮਾਣਕ ਆ ਜਾਏ, ਮੋਤੀ ਆ ਜਾਏ, ਹੀਰਾ ਜਵਾਹਰਾਤ ਆ ਜਾਏ ਤੇ ਉਹਨੂੰ ਘਰ ਘਰ ਵੇਚਣ ਵਾਸਤੇ ਤੁਰਿਆ ਫਿਰੇ, ਉਹਨਾਂ ਪਰਖ ਨਾ ਆਵੇ, ਅੱਡ ਨਾ ਪੱਲੇ ਪਾਏ। ਅੱਡ ਦਾ ਮਤਲਬ ਅੱਧੀ ਕੌਡੀ, ਉਹਨਾਂ ਦਾ ਮਤਲਬ ਜਿਨ੍ਹਾਂ ਦੇ ਕੋਲ ਵੇਚਣ ਵਾਸਤੇ ਜਾ ਰਿਹਾ। ਅੱਗੋਂ ਉਹਨਾਂ ਲੋਕਾਂ ਨੂੰ ਵੀ ਮੋਤੀ ਦੀ, ਮਾਣਕ ਦੀ, ਹੀਰੇ ਦੀ ਕਦਰ ਨਹੀਂ ਹੁੰਦੀ, ਇਸ ਲਈ ਉਹਦੀ ਕੀਮਤ ਜਿਹੜੀ ਹੈ ਅੱਧੀ ਦਮੜੀ ਵੀ ਨਹੀਂ ਮਿਲਦੀ। ਯਾਨੀ ਜਿਸ ਬੰਦੇ ਦੇ ਕੋਲ ਗਿਆਨ ਨਹੀਂ ਹੈ, ਜਿਸ ਬੰਦੇ ਨੂੰ ਸੂਝ ਔਰ ਸਮਝ ਨਹੀਂ ਹੈ, ਤਾਂ ਉਹ ਬੰਦਾ ਗੁਰੂ ਦੇ ਗਿਆਨ ਨੂੰ ਸਮਝ ਨਹੀਂ ਪਾਏਗਾ ਔਰ ਗੁਰੂ ਦੇ ਗਿਆਨ ਦੀ ਮੁੱਲ ਵੀ ਉਹ ਕੀਮਤ ਨਹੀਂ ਪਾਏਗਾ, ਕਿਉਂਕਿ ਉਹਨੂੰ ਪਰਖ ਨਹੀਂ ਹੈ। ਜਿਨ੍ਹਾਂ ਨੂੰ ਪਰਖ ਹੈ ਉਹ ਫਿਰ ਚੰਗੇ ਗੁਣਾਂ ਦਾ ਮੁੱਲ ਪਾਉਂਦੇ ਨੇ, ਕੀਮਤ ਪਾਉਂਦੇ ਨੇ। ਹੁਣ ਜੋ ਗੁਰੂ ਹੈ, ਗੁਰੂ ਦੇ ਪਾਸ ਗਿਆਨ ਹੈ, ਗੁਰੂ ਨੂੰ ਇਸ ਗੱਲ ਬਾਰੇ ਪਤਾ ਹੈ ਕਿ ਸਤ ਸੰਤੋਖ ਦਇਆ ਧਰਮ ਦੀ ਕੀ ਕੀਮਤ ਹੈ। ਗੁਰੂ ਨੂੰ ਇਸ ਬਾਰੇ ਪਤਾ ਹੈ ਕਿ ਜੋ ਰੱਬੀ ਰਜ਼ਾ ਦੇ ਅੰਦਰ ਚੱਲਣ ਦਾ ਲਾਭ ਕੀ ਹੈ, ਕਿੰਨੀ ਮਹਾਨਤਾ ਹੈ। ਇਹ ਚੀਜ਼ ਦੀ ਕੀਮਤ ਗੁਰੂ ਹੀ ਪਾਏਗਾ।
ਗੁਰੂ ਪਾਸੋਂ ਹੀ ਇਸ ਚੀਜ਼ ਦੀ ਕੀਮਤ ਮਿਲੇਗੀ। ਤੇ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੀ ਨਹੀਂ, ਰੱਬੀ ਰਜ਼ਾ ਬਾਰੇ ਜਾਂ ਗੁਣਾਂ ਦੀ ਮਹਾਨਤਾ ਬਾਰੇ, ਉਹਨਾਂ ਕੋਲੇ ਦੀ ਗੱਲ ਕਰੋਗੇ ਤੇ ਉਹਦੀ ਕੀਮਤ ਨਹੀਂ ਪਾਣਗੇ। ਉਹ ਕੀਮਤ ਪਾਣਗੇ ਵਰਤਨ ਰਾਤੇ ਸਰਾਧਾਂ ਦੀ, ਉਹ ਕੀਮਤ ਪਾਣਗੇ ਕਰਮ ਕਾਂਡਾਂ ਦੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ ਨਾ। ਤਾਂ ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਜੇ ਆਪ ਪਰਖ ਨਾ ਆਵਈ ਤਾਂ ਪਾਰਖੀਆਂ ਥਾਮਹੁ ਲਿਓ ਪਰਖਾਏ। ਥਾਮੋ ਦਾ ਮਤਲਬ ਤੂੰ, ਪਰਖਾਏ ਦਾ ਲਿਓ ਦਾ ਮਤਲਬ ਕੋਈ ਮੁੱਲ ਪਵਾ ਲਓ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੋਤੀ ਦੀ ਕਦਰ ਜੇ ਆਪ ਕਰਨੀ ਨਾ ਆਉਂਦੀ ਹੋਵੇ ਤਾਂ ਜਿਹੜੇ ਪਾਰਖੀ ਨੇ, ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਹੈ, ਉਹਨਾਂ ਕੋਲੋਂ ਕੀਮਤ ਪਵਾ ਲੈਣੀ ਚਾਹੀਦੀ ਹੈ। ਮਿਸਾਲ ਵਜੋਂ ਹੁਣ ਮੈਂ ਹਾਂ, ਤਾਂ ਮੈਨੂੰ ਸੋਨੇ ਦੀ ਪਰਖ ਨਹੀਂ ਹੈ ਕਿ ਅਸਲੀ ਹੈ ਕਿ ਨਕਲੀ ਹੈ, ਜਾਂ ਇਸ ਸੋਨੇ ਦੇ ਅੰਦਰ ਕਿੰਨੀ ਕੁ ਮਿਲਾਵਟ ਹੈ, ਮੈਨੂੰ ਪਰਖ ਨਹੀਂ ਹੈ। ਤਾਂ ਮੈਨੂੰ ਚਾਹੀਦਾ ਹੈ ਕਿ ਮੈਂ ਉਹ ਸੋਨੇ ਦੀ ਚੀਜ਼ ਲਵਾਂ ਔਰ ਕਿਸੇ ਸੁਨਿਆਰੇ ਵੀਰ ਦੇ ਕੋਲ ਜਾਵਾਂ ਤੇ ਉਹਦੇ ਤੋਂ ਪਰਖਵਾ ਲਵਾਂ ਕਿ ਇਹ ਸੋਨਾ ਸਹੀ ਹੈ ਜਾਂ ਇਹ ਗਲਤ ਹੈ ਜਾਂ ਇਹ ਕਿਸ ਤਰ੍ਹਾਂ ਹੈ। ਤਾਂ ਉਹਦੀ ਪਰਖ ਉਹਦੇ ਕੋਲੋਂ ਕਰਾ ਲਵਾਂ, ਉਹਦੇ ਕੋਲੋਂ ਕਰਾ ਲੈਣੀ ਚਾਹੀਦੀ ਹੈ, ਸਿਆਣੇ ਬੰਦੇ ਤੋਂ ਪੁੱਛ ਲੈਣਾ ਚਾਹੀਦਾ ਹੈ। ਜੇ ਉਸ ਨਾਲ ਚਿੱਤ ਲਾਏ ਤਾਂ ਵੱਥ ਲਹੈ, ਨੌਨਿਧ ਪੱਲੇ ਪਾਏ। ਵੱਥ ਦਾ ਮਤਲਬ ਵਸਤੂ, ਉਸ ਨਾਲ ਚਿੱਤ ਲਾਏ ਦਾ ਮਤਲਬ ਜੋ ਪ੍ਰਭੂ ਦਾ ਹੁਕਮ ਹੈ, ਰੱਬੀ ਗੁਣ ਨੇ, ਮਾਨਕ ਮੋਤੀ ਜੋ ਅਮੁੱਲਕ ਗੁਣ ਨੇ, ਔਰ ਉਸ ਦਾ ਮਤਲਬ ਜਿਹੜਾ ਕਿ ਪਰਖਣ ਵਾਲਾ ਹੈ ਉਹਨਾਂ ਗੁਣਾਂ ਨੂੰ, ਜਿਹੜਾ ਮੋਤੀ ਮਾਨਕ ਨੂੰ ਪਰਖਣ ਵਾਲਾ ਹੈ। ਜੇ ਪਰਖ ਜਾਣਨ ਵਾਲੇ ਦੇ ਨਾਲ ਪ੍ਰੇਮ ਲਾਇਆ ਜਾਏ, ਸੰਬੰਧ ਬਣਾਇਆ ਜਾਏ, ਤਾਂ ਉਹ ਨਾਮ ਮੋਤੀ ਮਿਲਿਆ ਰਹਿੰਦਾ ਹੈ, ਭਾਵ ਹੱਥੋਂ ਅਜਾਈ ਨਹੀਂ ਜਾਂਦਾ ਤੇ 9 ਖਜ਼ਾਨੇ ਪ੍ਰਾਪਤ ਹੋ ਜਾਂਦੇ। ਜੇ ਪਰਖ ਕਰਨ ਵਾਲੇ ਦੇ ਨਾਲ ਬੰਦਾ ਪ੍ਰੀਤ ਪਾ ਲਵੇ ਤਾਂ ਉਹ ਜਿਹੜੀ ਕੀਮਤੀ ਚੀਜ਼ ਹੈ ਬਚੀ ਰਹਿੰਦੀ ਹੈ, ਉਹਦੀ ਕੀਮਤ ਪੈ ਜਾਂਦੀ ਹੈ ਔਰ 9 ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ, ਭਾਵ ਕਿ ਉਸ ਦੀ ਕੀਮਤ ਸਾਨੂੰ ਮਿਲ ਜਾਂਦੀ। ਇਸ ਚੀਜ਼ ਨੂੰ ਫਿਰ ਸਮਝ ਲਈਏ। ਜਿਵੇਂ ਹੁਣ ਮੈਨੂੰ ਸੋਨੇ ਬਾਰੇ ਨਹੀਂ ਪਤਾ, ਮੈਂ ਸੁਨਿਆਰੇ ਵੀਰ ਦੇ ਕੋਲ ਗਿਆ, ਉਹਦੇ ਤੋਂ ਪਰਖਾ ਲਿਆ ਤੇ ਫਿਰ ਮੈਂ ਉਸ ਪਰਖ ਕਰਨ ਵਾਲੇ ਦੇ ਨਾਲ ਪ੍ਰੀਤ ਬਣਾ ਲਈ, ਤਾਂ ਉਹਦੇ ਨਾਲ ਕੀ ਹੋਏਗਾ ਕਿ ਉਹ ਜੋ ਸਹੀ ਖਰਾ ਸੋਨਾ ਹੈ ਉਹ ਮੇਰੇ ਕੋਲ ਬਚਿਆ ਰਹੇਗਾ ਤੇ ਉਹਦੇ ਤੋਂ ਮੈਨੂੰ ਕੀਮਤ ਵੀ ਪੱਲੇ ਪੈ ਜਾਏਗੀ। ਉਸ ਸੋਨੇ ਨੂੰ ਮੈਂ ਸਹੀ ਦੀ ਖਰੀਦ ਫਰੋਖਤ ਕਰਕੇ ਉਹਦੇ ਤੋਂ ਮੈਂ ਲਾਭ ਲੈ ਸਕਾਂਗਾ, ਜੇ ਮੈਂ ਪਰਖਣ ਵਾਲੇ ਦੇ ਨਾਲ ਪ੍ਰੀਤ ਪਾ ਲਵਾਂ। ਤੇ ਜੇ ਮੈਂ ਪ੍ਰੀਤ ਵੀ ਐਸੇ ਬੰਦੇ ਨਾਲ ਹੀ ਪਾ ਲਵਾਂ, ਨਾ ਤਾਂ ਆਪ ਨੂੰ ਪਰਖ ਹੋਏ ਤੇ ਨਾ ਦੂਜੇ ਨੂੰ ਪਰਖ ਹੋਏ, ਤਾਂ ਫਿਰ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਰਾਤ ਨਾ ਮੇਰੇ ਕੋਲ ਇੱਕ ਮੇਰਾ ਫਰੈਂਡ ਇੱਕ ਰੁਕਿਆ ਹੋਇਆ ਸੀ, ਕੱਲ ਮੈਂ ਆਪ ਨੂੰ ਕਲਾਸ ਵਿੱਚ ਮਿਲਾਇਆ ਵੀ ਸੀ। ਉਹਨੇ ਮੈਨੂੰ ਕੱਲ ਇੱਕ ਗੱਲ ਦੱਸੀ, ਕਹਿਣ ਲੱਗਾ ਸਾਡੇ ਪਿੰਡ ਇੱਕ ਬੰਦਾ ਆਇਆ ਤੇ ਉਹਨੇ ਸੋਨੇ ਦੇ 2 ਸਿੱਕੇ ਸਾਡੇ ਕਿਸੇ ਪਿੰਡ ਦੇ ਬੰਦੇ ਨੂੰ ਦਿੱਤੇ ਹੋਣਗੇ। ਤੇ ਉਹ ਕਹਿਣ ਲੱਗਾ ਵੀ ਇਹ ਸੋਨੇ ਦੇ ਸਿੱਕੇ ਨੇ ਮੇਰੇ ਕੋਲ ਤੇ ਮੈਂ ਵੇਚਣਾ ਚਾਹੁੰਦਾ ਵਾਂ, ਤੇ ਮੈਨੂੰ ਇਹ ਸੋਨੇ ਦੇ ਸਿੱਕੇ ਕਿਰੋਂ ਪੈਲੀ ਪੁੱਟਦਿਆਂ ਲੱਭੇ ਸੀ ਤੇ ਮੈਨੂੰ ਵਿਆਹ ਵਾਸਤੇ ਪੈਸੇ ਚਾਹੀਦੇ ਨੇ ਤੇ ਤੂੰ ਇਹ ਸਿੱਕੇ ਖਰੀਦ ਲੈ। ਉਹਨੇ ਉਹ 2 ਸਿੱਕੇ ਦਿੱਤੇ ਉਹਨੂੰ ਤੇ ਕਹਿੰਦਾ ਉਹ ਸੁਨਿਆਰੇ ਦੇ ਕੋਲ ਲੈ ਕੇ ਗਿਆ ਤੇ ਸੁਨਿਆਰੇ ਨੇ ਉਹ ਸਿੱਕੇ ਵੇਖੇ ਤੇ ਉਹ ਸਿੱਕੇ ਬਿਲਕੁਲ ਠੀਕ ਸੀ, ਸੋਨੇ ਦੇ ਸੀ। ਉਹਨੇ ਕਿਹਾ ਵੀ ਠੀਕ ਹੈ, ਸੋਨੇ ਦੇ ਅਸਲੀ ਸਿੱਕੇ ਨੇ। ਤੇ ਦੁਬਾਰਾ ਉਸ ਬੰਦੇ ਕੋਲ ਆਇਆ ਤੇ ਉਹ ਕਹਿਣ ਲੱਗਾ ਮੇਰੇ ਕੋਲ 2 ਕਿਲੋ ਸੋਨੇ ਦੇ ਸਿੱਕੇ ਨੇ। ਤੇ ਉਹ ਕਹਿੰਦਾ ਵੀ ਤੂੰ ਆਪ ਵੇਚ ਲੈ। ਕਹਿੰਦਾ ਨਹੀਂ, ਜੇ ਮੈਂ ਵੇਚਾਂਗਾ ਮੈਂ ਤਾਂ ਗਰੀਬ ਬੰਦਾ, ਮੈਂ ਫੜਿਆ ਜਾਵਾਂਗਾ ਤੇ ਮੇਰੇ ਤੇ ਕਿਸੇ ਵਿਸ਼ਵਾਸ ਨਹੀਂ ਕਰਨਾ, ਇਸ ਲਈ ਮੈਨੂੰ ਵਿਆਹ ਵਾਸਤੇ ਪੈਸੇ ਚਾਹੀਦੇ ਨੇ ਤੇ ਤੂੰ ਇਹ ਲੈ ਲੈ ਤੇ ਮੈਂ ਤੈਨੂੰ ਇਹ 5 ਲੱਖ ਵਿੱਚ ਦੇ ਦਿਆਂਗਾ। ਹੁਣ 5 ਲੱਖ ਦੇ ਵਿੱਚ 2 ਕਿਲੋ ਸੋਨਾ ਕੌਣ ਨਹੀਂ ਖਰੀਦੇਗਾ? ਉਹਨੇ ਖਰੀਦ ਲਿਆ ਕਿਉਂਕਿ ਸੁਨਿਆਰੇ ਨੂੰ ਤਾਂ ਵਿਖਾ ਕੇ ਆਇਆ ਸੀ। ਤੇ ਜਾਂਦਿਆਂ ਨਾ ਉਹਦੇ ਤੋਂ ਖਰੀਦ ਕੇ ਤੇ ਉਹਨੇ ਸੋਚਿਆ ਵੀ ਚੱਲ ਸੋਨਾ ਵੇਚ ਜਾਂਦੇ ਆ, ਜਿਹੜਾ ਪੈਸਾ ਕਿਸ ਤੋਂ ਫੜ ਕੇ ਲਿਆਂਦਾ ਉਹਨੂੰ ਦੇ ਦਾਂਗੇ ਤੇ ਬਾਕੀ ਸੋਨਾ। ਜਦੋਂ ਸਿੱਕੇ ਲੈ ਕੇ ਗਿਆ ਤੇ ਸਾਰੇ ਡੁਪਲੀਕੇਟ ਸੀ, ਸਾਰੇ ਦੇ ਸਾਰੇ ਨਕਲੀ। ਉਹ ਕਹਿੰਦਾ ਇਹ ਤਾਂ ਨਕਲੀ ਨੇ, ਇਹਨਾਂ ਦੇ ਵਿੱਚ ਤਾਂ ਉਹਨੇ ਦੂਜੇ ਚੀਜ਼ ਦੇ ਸਾਰੇ ਪਰਖੇ, ਉਹ ਕਹਿੰਦਾ ਸਾਰੇ ਹੀ ਨਕਲੀ ਨੇ। ਉਹ 2 ਹੀ ਸਿੱਕੇ ਜਿਹੜੇ ਉਹਨੇ ਵਿਖਾਏ ਸੀ ਉਹ ਠੀਕ ਸੀ, ਬਾਕੀ ਸਾਰੇ ਦੇ ਸਾਰੇ ਨਕਲੀ। ਹੁਣ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਨਾ। ਚਲੋ ਬਾਅਦ ਦੇ ਵਿੱਚ ਉਹ ਕੈਮਰਿਆਂ ਕੂਮਰਿਆਂ ਕਰਕੇ ਬੰਦਾ ਤਾਂ ਉਹ ਫੜਿਆ ਗਿਆ, ਉਹ ਤਾਂ ਇੱਕ ਗੱਲ ਵੱਖਰੀ ਹੈ, ਲੇਕਿਨ ਧੋਖਾ ਕਿਉਂ ਹੋ ਗਿਆ? ਕਿਉਂਕਿ ਉਹਨੇ ਜੇ ਉਹ ਸਿੱਕੇ ਵੀ ਪਹਿਲਾਂ ਪਰਖਵਾ ਲੈਂਦਾ ਸੁਨਿਆਰੇ ਕੋਲੋਂ ਤਾਂ ਧੋਖਾ ਨਹੀਂ ਸੀ ਹੋਣਾ। ਤਾਂ ਇਸੇ ਤਰ੍ਹਾਂ ਜੋ ਸੱਚ ਹੈ, ਜੇ ਸਾਨੂੰ ਆਪ ਪਤਾ ਨਹੀਂ ਤਾਂ ਸਾਨੂੰ ਪਰਖਾ ਲੈਣਾ ਚਾਹੀਦਾ ਹੈ। ਤੇ ਉਹ ਪਰਖਾਣਾ ਕਿਤੇ ਤੋਂ ਹੈ? ਉਹ ਸੁਨਿਆਰਾ ਹੈ ਗੁਰੂ, ਗੁਰੂ ਕੋਲੋਂ। ਜਿਵੇਂ ਆਪਾਂ ਰੋਜ਼ ਬੇਨਤੀ ਕਰ ਰਹੇ ਹਾਂ
ਕਿ ਕੋਈ ਵੀ ਜੋ ਗੱਲ ਹੈ ਨਾ, ਸੱਚ ਝੂਠ, ਉਹਨੂੰ ਬਾਣੀ ਦੇ ਤਲ ਤੇ ਪਰਖੋ, ਬਾਣੀ ਨੂੰ ਕਸਵੱਟੀ ਬਣਾਓ। ਜਿਹੜੀ ਚੀਜ਼ ਗੁਰਬਾਣੀ ਦੀ ਪਰਖ ਤੇ ਪੂਰੀ ਉਤਰਦੀ ਹੈ ਉਹਨੂੰ ਸੱਚ ਮੰਨ ਲਓ, ਤੇ ਜਿਹੜੀ ਚੀਜ਼ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਪੂਰੀ ਉਤਰਦੀ ਉਹਨੂੰ ਛੱਡ ਦਿਓ, ਨਹੀਂ ਤਾਂ ਗੜਬੜ ਹੋ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ ਜੇ ਉਹ ਪਰਖ ਕਰਨ ਵਾਲੇ ਦੇ ਨਾਲ ਕੋਈ ਬੰਦਾ ਪ੍ਰੀਤ ਪਾ ਲਵੇ ਨਾ, ਤਾਂ ਫਿਰ ਜਿਹੜਾ ਧਨ ਹੈ ਉਹ ਵੀ ਬਚਿਆ ਰਹਿੰਦਾ ਹੈ ਤੇ ਹੋਰ ਖਜ਼ਾਨਾ ਵੀ ਪੱਲੇ ਪੈ ਜਾਂਦਾ। ਇਸ ਤਰ੍ਹਾਂ ਜੇ ਅਸੀਂ ਗੁਰੂ ਦੇ ਨਾਲ ਚਿੱਤ ਲਾਵਾਂਗੇ ਤਾਂ ਸਾਡਾ ਆਤਮਿਕ ਜੀਵਨ ਵੀ ਬਚਿਆ ਰਹੇਗਾ ਔਰ ਸਾਨੂੰ ਹੋਰ ਵੀ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਮਿਲਦੀ ਰਹੇਗੀ। ਘਰ ਹੁੰਦਾ ਧਨ, ਜਗ ਭੁੱਖਾ ਮੂਆ, ਬਿਨ ਸਤਿਗੁਰ ਸੋਝੀ ਨਾ ਹੋਏ। ਘਰ ਹੁੰਦੇ ਧਨ ਦਾ ਮਤਲਬ ਘਰ ਵਿੱਚ ਧਨ ਹੁੰਦਿਆਂ ਹੋਇਆਂ ਵੀ ਜਗ ਭੁੱਖਾ ਮੂਆ, ਜਿਹੜਾ ਜਗਤ ਹੈ ਉਹ ਭੁੱਖਾ ਮਰ ਰਿਹਾ ਹੈ। ਇਸ ਗੱਲ ਦੀ ਸੂਝ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਹਿਰਦੇ ਘਰ ਦੇ ਅੰਦਰ ਧਨ ਹੁੰਦਿਆਂ ਹੋਇਆਂ ਵੀ ਆਮ ਜੋ ਇਨਸਾਨ ਹੈ, ਬਹੁ ਗਿਣਤੀ ਲੋਕਾਂ ਦੀ, ਉਹ ਤ੍ਰਿਸ਼ਨਾ ਆਦਿਕ ਦੀ ਭੁੱਖ ਦੇ ਨਾਲ ਤੜਪ ਰਿਹਾ ਹੈ, ਲੇਕਿਨ ਗੁਰੂ ਤੋਂ ਬਿਨਾਂ ਇਸ ਗੱਲ ਦੀ ਸੂਝ ਸਮਝ ਨਹੀਂ ਆਉਂਦੀ ਤੇ ਬੰਦਾ ਰੱਜਦਾ ਨਹੀਂ, ਬੰਦੇ ਨੂੰ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਹੁਣ ਇਸ ਚੀਜ਼ ਦੀ ਸਮਝ ਸਾਨੂੰ ਗੁਰੂ ਤੋਂ ਮਿਲਣੀ ਹੈ ਕਿ ਤੇਰੇ ਘਰ ਦੇ ਅੰਦਰ ਧਨ ਹੈ, ਘਰ ਦੇ ਅੰਦਰ ਅਮੀਰੀ ਹੈ, ਰਜੇਵਾਂ ਹੈ, ਰੱਬ ਹੈ, ਰੱਬੀ ਗੁਣ ਨੇ, ਤੇ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਬੰਦਾ ਭੁੱਖਾ ਮਰ ਰਿਹਾ ਹੈ। ਕਿਵੇਂ? ਆਪਾਂ ਰੋਜ਼ ਇਹ ਚੀਜ਼ਾਂ ਵਿਚਾਰ ਰਹੇ ਹਾਂ ਕਿ ਦੁਨੀਆ ਦੇ ਹਰ ਇਨਸਾਨ ਦੇ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਗੁਣ ਮੌਜੂਦ ਨੇ। ਹਰ ਇੱਕ ਦੇ ਅੰਦਰ ਸੁਖ ਸ਼ਾਂਤੀ ਵਾਲੇ ਸਾਰੇ ਦੀ ਸਾਰੀ ਪੋਸਿਬਿਲਿਟੀਜ਼ ਨੇ, ਪਰ ਲੋਕ ਇਹਨਾਂ ਅੰਦਰ ਵਸਦੇ ਗੁਣਾਂ ਨੂੰ ਛੱਡ ਕੇ ਬਾਹਰ ਆਸਾ, ਤ੍ਰਿਸ਼ਨਾ, ਵਿਕਾਰਾਂ, ਵਰਤਾਂ, ਨਰਾਤਿਆਂ, ਸਰਾਧਾਂ ਦੇ ਵਿੱਚ ਉਲਝੇ ਹੋਏ ਭੁੱਖੇ ਮਰ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਘਰ ਦੇ ਅੰਦਰ ਧਨ ਹੁੰਦਿਆਂ ਹੋਇਆਂ ਵੀ ਬੰਦਾ ਜਿਹੜਾ ਹੈ ਭੁੱਖਾ ਮਰ ਰਿਹਾ ਹੈ, ਵਿਕਾਰਾਂ ਦੇ ਵਿੱਚ ਖਚਤ ਹੈ, ਆਤਮਿਕ ਜੀਵਨ ਦਾ ਆਨੰਦ ਮਾਣਨ ਤੋਂ ਵਾਂਝਾ ਹੈ, ਤੇ ਇਸ ਗੱਲ ਦੀ ਸਮਝ ਗੁਰੂ ਤੋਂ ਬਿਨਾਂ ਨਹੀਂ ਆਉਂਦੀ। ਜੇ ਬੰਦਾ ਗੁਰਬਾਣੀ ਅਨੁਸਾਰ ਸੋਚਣ ਦਾ ਯਤਨ ਕਰੇ, ਜੀਣ ਦਾ ਯਤਨ ਕਰੇ, ਤਾਂ ਜੀਵਨ ਦੇ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ। ਸ਼ਬਦ ਸ਼ੀਤਲ ਮਨ ਤਨ ਵਸੈ, ਤਿੱਥੈ ਸੋਗ ਵਿਜੋਗ ਨਾ ਕੋਏ। ਸ਼ਬਦ ਸ਼ੀਤਲ ਦਾ ਮਤਲਬ ਠੰਡਾ ਸ਼ਬਦ, ਸ਼ਬਦ ਦਾ ਮਤਲਬ ਉਪਦੇਸ਼, ਗੁਰੂ ਦਾ ਗਿਆਨ। ਜੋ ਗੁਰੂ ਦਾ ਗਿਆਨ ਸ਼ੀਤਲਤਾ ਦੇਣ ਵਾਲਾ ਹੈ, ਠੰਡਕ ਪਾਉਣ ਵਾਲਾ ਹੈ, ਜੇ ਇਹ ਮਨ ਔਰ ਤਨ ਦੇ ਅੰਦਰ ਵਸ ਜਾਏ, ਤਾਂ ਜਿਸ ਮਨ ਔਰ ਤਨ ਦੇ ਅੰਦਰ ਠੰਡਕ ਪਾਉਣ ਵਾਲਾ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ, ਉੱਥੇ ਫਿਰ ਕੋਈ ਸੋਗ ਵਿਜੋਗ ਨਹੀਂ ਹੁੰਦਾ। ਸੋਗ ਦਾ ਮਤਲਬ ਚਿੰਤਾ, ਵਿਜੋਗ ਦਾ ਮਤਲਬ ਵਿਛੋੜਾ। ਉੱਥੇ ਫਿਰ ਰੱਬ ਦੇ ਨਾਲੋਂ ਵਿਛੋੜਾ ਨਹੀਂ ਹੁੰਦਾ, ਉੱਥੇ ਕੋਈ ਵਿਛੋੜੇ ਦਾ ਦੁੱਖ ਨਹੀਂ ਹੁੰਦਾ, ਉੱਥੇ ਚਿੰਤਾਵਾਂ ਨਹੀਂ ਹੁੰਦੀਆਂ, ਜਿੱਥੇ ਠੰਡਕ ਪਾਉਣ ਵਾਲਾ ਗੁਰੂ ਦਾ ਉਪਦੇਸ਼ ਮਨ ਔਰ ਤਨ ਦੇ ਅੰਦਰ ਵਸ ਜਾਏ। ਦੇਖੋ ਕਿੰਨਾ ਸੌਖਾ ਸਾਧਨ ਗੁਰੂ ਜੀ ਸਾਨੂੰ ਦੱਸ ਰਹੇ ਨੇ ਕਿ ਜੋ ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਦਿੱਤਾ ਵੇ ਆਫ ਲਾਈਫ ਹੈ, ਇਹ ਠੰਡਕ ਪਾਉਣ ਵਾਲਾ ਹੈ। ਜੇ ਅਸੀਂ ਇਸ ਉਪਦੇਸ਼ ਨੂੰ ਆਪਣੇ ਮਨ ਵਿੱਚ, ਤਨ ਵਿੱਚ ਵਸਾ ਲਈਏ, ਮਨ ਤਨ ਕਰਕੇ ਜੇ ਅਸੀਂ ਬਾਣੀ ਨੂੰ ਇੰਪਲੀਮੈਂਟ ਕਰੀਏ, ਤਾਂ ਚਿੰਤਾਵਾਂ ਵੀ ਮੁੱਕ ਜਾਣਗੀਆਂ, ਰੱਬ ਦੇ ਨਾਲ ਵਿਛੋੜਾ ਵੀ ਨਹੀਂ ਹੋਏਗਾ, ਰੱਬ ਦੇ ਨਾਲ ਮਿਲਾਪ ਵੀ ਬਣਿਆ ਰਹੇਗਾ, ਤੇ ਇਹ ਜੋ ਦੁਨਿਆਵੀ ਰਿਸ਼ਤੇ ਨਾਤੇ ਨੇ ਇਹਨਾਂ ਦੀ ਵੀ ਟੁੱਟ ਭੱਜ ਨਹੀਂ ਹੋਏਗੀ। ਵਸਤ ਭਰਾਈ ਆਪ ਗਰਭ ਕਰੇ, ਮੂਰਖ ਆਪ ਗਣਾਏ। ਗਰਭ ਦਾ ਮਤਲਬ ਅਹੰਕਾਰ, ਆਪ ਗਣਾਏ ਦਾ ਮਤਲਬ ਆਪਣੇ ਆਪ ਨੂੰ ਚੰਗਾ ਜਾਣਦਾ ਹੈ। ਪਰ ਹੁਣ ਵਸਤੂ ਪਰਾਈ ਹੈ, ਪਰਾਈ ਵਸਤੂ, ਤੇ ਪਰਾਈ ਵਸਤੂ ਨੂੰ ਆਪਣੀ ਸਮਝ ਕੇ ਹੰਕਾਰ ਕਰੇ ਤੇ ਮੂਰਖ ਆਪਣਾ ਆਪਾ ਜਤਾਏ, ਤਾਂ ਉਸ ਬੰਦੇ ਨੂੰ ਸਿਆਣਾ ਨਹੀਂ ਨਾ ਕਹਿ ਸਕਦੇ। ਇਹ ਜਿਹੜੀ ਸ਼ੁਭ ਗੁਣ ਆਦਿਕ ਨੇ, ਹੁਣ ਇਹ ਰੱਬੀ ਗੁਣ ਨੇ, ਇਹਨਾਂ ਨੂੰ ਧਾਰਨ ਕਰਨਾ ਚਾਹੀਦਾ। ਯਾਨੀ ਮੂਰਖ ਦੇ ਹਿਰਦੇ ਦੇ ਅੰਦਰ ਇਹ ਗੁਣ ਤੇ ਵਸਦੇ ਨਹੀਂ। ਗੁਣ ਨੇ ਗੁਰੂ ਦੇ ਕੋਲ, ਗੁਣ ਨੇ ਚੰਗੇ ਇਨਸਾਨਾਂ ਦੇ ਕੋਲ, ਤੇ ਮੂਰਖ ਬੰਦਾ ਹੈ ਤੇ ਮੂਰਖ ਬੰਦੇ ਦੇ ਕੋਲ ਇਹ ਗੁਣ ਨਹੀਂ ਹਨ, ਲੇਕਿਨ ਬਿਨਾਂ ਗੁਣਾਂ ਤੋਂ ਹੀ ਉਹ ਹੰਕਾਰ ਕਰੀ ਜਾ ਰਿਹਾ ਹੈ। ਸੋਨਾ ਤੁਹਾਡੇ ਕੋਲ ਹੋਵੇ, ਮੰਨ ਲਓ ਤੁਹਾਡੇ ਕੋਲ 10-20 ਕਰੋੜ ਰੁਪਈਆ ਹੈ, ਤੇ ਉਹਦਾ ਹੰਕਾਰ ਮੈਂ ਕਰਾਂ ਤੇ ਦੂਜਿਆਂ ਨੂੰ ਮਤਲਬ ਹੰਕਾਰ ਕਰ ਕਰਕੇ ਵਿਖਾਵਾਂ ਕਿ ਉਹਦੇ ਕੋਲ ਇੰਨਾ ਸੋਨਾ ਹੈ, ਫਲਾਣਾ ਟਿੰਗੜਾ, ਇਹ ਹੈ ਉਹ ਹੈ, ਤਾਂ ਉਹਦਾ ਮੈਨੂੰ ਕੀ ਲਾਭ ਹੈ? ਲੋਕ ਮੂਰਖ ਕਹਿਣਗੇ ਨਾ ਵੀ ਜੇ ਉਹਨਾਂ ਦਾ ਤਾਂ ਉਹਨਾਂ ਕੋਲ ਹੈ, ਤੇਰਾ ਕੀ ਹੈ? ਤੇਰੇ ਕੋਲ ਕੀ ਹੈ? ਤੂੰ ਤੇ ਭੁੱਖਾ ਮਰ ਰਿਹਾ ਹੈ। ਬੇਗਾਨੀ ਵਸਤੂ ਤੇ ਅਸੀਂ ਹੰਕਾਰ ਨਹੀਂ ਨਾ ਕਰ ਸਕਦੇ। ਹੰਕਾਰ ਤਾਂ ਆਪਣੀ ਵਸਤੂ ਤੇ ਵੀ ਨਹੀਂ ਕਰਨਾ ਚਾਹੀਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੂਰਖ ਬੰਦਾ
ਬੇਗਾਨੀ ਵਸਤੂ ਨੂੰ ਆਪਣੀ ਸਮਝ ਕੇ ਅਹੰਕਾਰ ਕਰਦਾ ਹੈ। ਹੁਣ ਇੱਥੇ ਦੋ ਤਿੰਨ ਚੀਜ਼ਾਂ ਸਮਝਣ ਵਾਲੀਆਂ ਨੇ। ਇੱਕ ਤਾਂ ਜੇ ਮੇਰੇ ਅੰਦਰ ਗੁਣ ਨਹੀਂ ਤੇ ਮੈਂ ਤੁਹਾਡੇ ਗੁਣਾਂ ਉੱਤੇ ਹੰਕਾਰ ਕਰਾਂ ਤਾਂ ਉਹ ਮੇਰੀ ਗਲਤੀ ਹੋਏਗੀ। ਮਿਸਾਲ ਵਜੋਂ ਹੁਣ ਮੈਂ ਇਹ ਕਹੀ ਜਾਵਾਂ ਕਿ ਮੇਰਾ ਦਾਦਾ ਬਹੁਤ ਚੰਗਾ ਸੀ, ਧਰਮੀ ਸੀ, ਉਹ ਨਸ਼ਿਆਂ ਦੀ ਵਰਤੋਂ ਨਹੀਂ ਸੀ ਕਰਦਾ, ਉਹ ਪਰਉਪਕਾਰੀ ਸੀ, ਲੋਕਾਂ ਦੀ ਹੈਲਪ ਕਰਦਾ ਸੀ, ਉਹ ਗਰੀਬ ਕੁੜੀਆਂ ਦੇ ਵਿਆਹ ਕਰਦਾ ਸੀ ਜਾਂ ਲੋਕਾਂ ਦੀ ਸਿੱਖਿਆ ਦੇ ਵਿੱਚ ਹੈਲਪ ਕਰਦਾ ਸੀ, ਬਹੁਤ ਚੰਗਾ ਸੀ ਮੇਰਾ ਦਾਦਾ। ਮੇਰਾ ਦਾਦਾ ਐਡਾ ਵੱਡਾ ਸੀ, ਮੇਰਾ ਦਾਦਾ ਇੰਨਾ ਮਹਾਨ ਸੀ, ਤੇ ਆਪ ਮੈਂ ਸ਼ਰਾਬਾਂ ਪੀਂਦਾ ਹੋਵਾਂ, ਕਰੈਕਟਰਲੈਸ ਹੋਵਾਂ, ਆਪ ਮੈਂ ਲੋਕਾਂ ਦੀਆਂ ਚੋਰੀਆਂ ਕਰਦਾ ਹੋਵਾਂ, ਤਾਂ ਲੋਕ ਮੈਨੂੰ ਕੀ ਕਹਿਣਗੇ? ਵੀ ਦਾਦਾ ਚੰਗਾ ਸੀ, ਤੂੰ ਕਾਹਦਾ ਹੰਕਾਰ ਕਰ ਰਿਹਾ? ਆਪਣੀ ਜ਼ਿੰਦਗੀ ਤਾਂ ਵੇਖ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਪਹਿਲੀ ਗੱਲ ਤਾਂ ਇਹ ਕਿ ਗੁਣ ਆਪਣੇ ਅੰਦਰ ਹੋਣੇ ਚਾਹੀਦੇ ਨੇ, ਗੁਣਾਂ ਦੇ ਧਾਰਨੀ ਆਪ ਹੋਣਾ ਚਾਹੀਦਾ ਹੈ, ਬੇਗਾਨੀਆਂ ਵਸਤੂਆਂ ਤੇ ਹੰਕਾਰ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ, ਇਹ ਜੋ ਸਾਡਾ ਸਰੀਰ ਆਦਿਕ ਹੈ, ਜੇ ਕੋਈ ਬੰਦਾ ਇਹਦੇ ਤੇ ਹੰਕਾਰ ਕਰੇ ਤਾਂ ਇਹ ਵੀ ਪਰਾਈ ਅਮਾਨ ਹੀ ਹੈ, ਕਿਉਂਕਿ ਸਰੀਰ ਨੇ ਵੀ ਇੱਕ ਦਿਨ ਰਹਿਣਾ ਨਹੀਂ ਨਾ, ਇਹਨੇ ਵੀ ਚਲੇ ਜਾਣਾ ਹੈ। ਤਾਂ ਟੋਟਲ ਸਾਨੂੰ ਐਸੀਆਂ ਵਿਚਾਰਾਂ ਤੋਂ, ਐਸੇ ਮਾੜੀ ਸੋਚ ਤੋਂ ਬਚਣਾ ਚਾਹੀਦਾ ਹੈ। ਆਪ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ ਔਰ ਆਪ ਇਹਨਾਂ ਗੁਣਾਂ ਦੇ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਜਿਹੜਾ ਬੰਦਾ ਬੇਗਾਨੀਆਂ ਵਸਤੂਆਂ ਤੇ ਹੰਕਾਰ ਕਰਦਾ ਹੈ, ਆਪਣੀਆਂ ਉਹਨਾਂ ਨੂੰ ਸਮਝਦਾ ਹੈ, ਉਹਨੂੰ ਕਦੀ ਵੀ ਸਿਆਣਾ ਨਹੀਂ ਕਿਹਾ ਜਾ ਸਕਦਾ। ਨਾਨਕ ਬਿਨ ਬੂਝੇ ਕਿਨੈ ਨਾ ਪਾਇਓ, ਫਿਰ ਆਵੇ ਜਾਏ। ਪਾਇਓ ਦਾ ਮਤਲਬ ਪਾਇਆ, ਤਾਂ ਬੂਝੇ ਦਾ ਮਤਲਬ ਸਮਝਣ ਤੋਂ ਬਿਨਾ। ਹੇ ਨਾਨਕ, ਜਦ ਤੱਕ ਗੁਰੂ ਦੇ ਸ਼ਬਦ ਦੀ ਰਾਹੀਂ ਸਮਝ ਨਹੀਂ ਪੈਂਦੀ, ਬਿਨ ਬੂਝੇ ਕਿਨੈ ਨਾ ਪਾਇਓ, ਤੱਕ ਕਿਸੇ ਨੇ ਵੀ ਇਹ ਮਾਨਕ ਮੁਕਤੀ, ਉੱਚਾ ਸੁੱਚਾ ਜੀਵਨ ਜਾਂ ਰੱਬੀ ਗੁਣਾਂ ਦੀ ਪ੍ਰਾਪਤੀ ਨਹੀਂ ਕੀਤੀ। ਤੇ ਜਿਨਨੇ ਗੁਰੂ ਤੋਂ ਸਮਝ ਨਹੀਂ ਲਈ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਆਪਣੇ ਅੰਦਰ ਸਮਝ ਪੈਦਾ ਨਹੀਂ ਕੀਤੀ, ਇਹਨਾਂ ਰੱਬੀ ਗੁਣਾਂ ਨੂੰ, ਦਾਤਾਂ ਨੂੰ ਪਾਇਆ ਨਹੀਂ, ਫਿਰ ਆਵੇ ਜਾਏ ਦਾ ਮਤਲਬ, ਮੁੜ ਕੇ ਆਵੇ ਜਾਏ ਦਾ ਮਤਲਬ ਭਟਕਦਾ ਹੈ। ਉਹ ਬੰਦਾ ਮੁੜ ਕੇ ਭਟਕਣਾ ਵਿੱਚ ਹੀ ਪਿਆ ਰਹਿੰਦਾ ਹੈ, ਸਾਰੀ ਜ਼ਿੰਦਗੀ ਉਹਦੀ ਭਟਕਣਾ ਵਿੱਚ ਹੀ ਲੰਘ ਜਾਂਦੀ ਹੈ। ਬੇਸ਼ੱਕ ਉਹ ਗੁਰੂ ਦੇ ਚਰਨਾਂ ਵਿੱਚ ਵੀ ਰੋਜ਼ ਮੱਥਾ ਟੇਕਣ ਆਉਂਦਾ ਰਹੇ, ਪਰ ਜੇ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਬੁੱਝਦਾ ਨਹੀਂ, ਉਹਦੇ ਤੇ ਅਮਲ ਨਹੀਂ ਕਰਦਾ, ਤਾਂ ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਿਰਫ ਔਰ ਸਿਰਫ ਭਟਕਣਾ ਬਣੀ ਰਹਿੰਦੀ ਹੈ। ਉਹਦੇ ਮਨ ਦੇ ਅੰਦਰ ਟਿਕਾਵ ਨਹੀਂ ਹੁੰਦਾ, ਉਹਦੀ ਜ਼ਿੰਦਗੀ ਦਾ ਕੋਈ ਵੱਡਾ ਉੱਚਾ ਸੁੱਚਾ ਗੋਲ ਔਰ ਏਮ ਨਹੀਂ ਹੁੰਦਾ, ਉਹ ਮੁੜ ਕੇ ਭਟਕਦਾ ਹੀ ਰਹਿੰਦਾ ਹੈ। ਮਹਿਲਾ ਤੀਜਾ, ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ, ਸਰਸੇ ਸੱਜਣ ਸੰਤ ਪਿਆਰੇ। ਇਹਨੂੰ ਸਰਸੇ ਨਹੀਂ ਪੜਨਾ, ਸਰਸੇ। ਸਰਸੇ ਦਾ ਮਤਲਬ ਪ੍ਰਸੰਨ ਹੋਏ। ਮਨ ਆਨੰਦ ਭਇਆ ਦਾ ਮਤਲਬ ਮਨ ਦੇ ਵਿੱਚ ਖੁਸ਼ੀ ਪੈਦਾ ਹੋ ਗਈ। ਸਰਸੇ ਦਾ ਮਤਲਬ ਖਿੜ ਪਏ, ਪ੍ਰਸੰਨ ਹੋ ਗਏ। ਸੱਜਣ ਦਾ ਮਤਲਬ ਗੁਰਮੁਖ ਰੱਬ ਦੇ ਜੋ ਪਿਆਰੇ ਨੇ, ਉਹ ਗੁਰਮੁਖ ਪਿਆਰੇ, ਉਹ ਸਚਿਆਰ ਜਨ ਖਿੜੇ ਮੱਥੇ ਰਹਿੰਦੇ ਨੇ, ਉਹਨਾਂ ਦੇ ਮਨ ਵਿੱਚ ਖੁਸ਼ੀ ਬਣੀ ਰਹਿੰਦੀ ਹੈ, ਜਿਨ੍ਹਾਂ ਨੂੰ ਪ੍ਰਭੂ ਮਿਲ ਪੈਂਦਾ ਹੈ। ਮਨ ਆਨੰਦ ਭਇਆ ਕਿਹਨਾਂ ਨੂੰ? ਮਿਲਿਆ ਹਰ ਪ੍ਰੀਤਮ, ਜਿਨ੍ਹਾਂ ਨੂੰ ਰੱਬ ਮਿਲ ਪੈਂਦਾ ਹੈ, ਜੋ ਰੱਬ ਦੇ ਅੰਦਰ ਮਿਲ ਕੇ ਇੱਕ ਸੁਰ ਹੋ ਜਾਂਦੇ ਨੇ, ਉਹ ਖਿੜ ਪੈਂਦੇ ਨੇ, ਉਹ ਹਮੇਸ਼ਾ ਖਿੜੇ ਮੱਥੇ ਨੇ, ਉਹਨਾਂ ਦਾ ਜੀਵਨ ਰਸਦਾਇਕ ਹੈ। ਔਰ ਉਹ ਲੋਕ, ਸੰਤ ਦਾ ਮਤਲਬ ਉਹ ਸਚਿਆਰ ਨੇ, ਉਹ ਗੁਰਮੁਖ ਪਿਆਰੇ ਸਚਿਆਰ ਜਨ ਖਿੜੇ ਮੱਥੇ ਰਹਿੰਦੇ ਨੇ, ਉਹਨਾਂ ਦਾ ਜੀਵਨ ਰਸਦਾਇਕ ਹੈ, ਉਹਨਾਂ ਦੇ ਮਨ ਦੇ ਅੰਦਰ ਆਨੰਦ ਹੈ, ਉਹਨਾਂ ਦੇ ਮਨ ਅੰਦਰ ਖੁਸ਼ੀ ਖੇੜਾ ਹੈ, ਜਿਨ੍ਹਾਂ ਨੂੰ ਮਿਲਿਆ ਹਰ ਪ੍ਰੀਤਮ, ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲਿਆ ਹੈ, ਜੋ ਪ੍ਰਭੂ ਦੇ ਅੰਦਰ ਮਿਲ ਗਿਆ। ਜੋ ਧੁਰ ਮਿਲੇ ਨਾ ਵਿਛੁੜਹਿ ਕਬਹੂ, ਜੇ ਮੇਲੇ ਆਪ ਕਰਤਾਰੇ। ਧੁਰ ਦਾ ਮਤਲਬ ਧੁਰ ਤੋਂ ਹੀ, ਸ਼ੁਰੂ ਤੋਂ ਹੀ ਜੋ ਪ੍ਰਭੂ ਦੇ ਨਾਲ ਮਿਲੇ ਹੋਏ ਨੇ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ ਕਦੇ ਵੀ ਨਹੀਂ ਵਿਛੁੜਦੇ। ਉਹਨਾਂ ਦਾ ਵਿਛੋੜਾ ਫਿਰ ਨਹੀਂ ਹੁੰਦਾ। ਜਿਨ੍ਹਾਂ ਨੂੰ ਰੱਬ ਨੇ ਇੱਕ ਵਾਰ ਨਾਲ ਮਿਲਾ ਲਿਆ ਨਾ, ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਜਿਵੇਂ ਨਿੱਕੀ ਜਿਹੀ ਇੱਕ ਬੂੰਦ ਸਮੁੰਦਰ ਵਿੱਚ ਮਿਲ ਜਾਏ, ਤਾਂ ਫਿਰ ਉਹ ਬੂੰਦ ਸਮੁੰਦਰ ਦੇ ਨਾਲੋਂ ਵਿਛੁੜਦੀ ਨਹੀਂ। ਤੁਸੀਂ ਲੱਖਾਂ ਕਰੋੜਾਂ ਬੂੰਦਾਂ ਸਮੁੰਦਰ ਚੋਂ ਕੱਢ ਸਕਦੇ ਹੋ, ਪਰ ਜਿਹੜੀ ਬੂੰਦ ਤੁਸੀਂ ਸੁੱਟੀ ਸੀ, ਸੇਮ ਉਹ ਬੂੰਦ ਦਾ ਪਾਣੀ ਤੁਸੀਂ ਬਾਹਰ ਨਹੀਂ ਕੱਢ ਪਾਓਗੇ, ਕਿਉਂਕਿ ਉਹ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਗਈ ਹੈ। ਇਸੇ ਤਰ੍ਹਾਂ ਜੋ ਲੋਕ ਆਪਣੀ ਸੁਰਤ ਨੂੰ, ਆਪਣੀ ਸੋਚ ਨੂੰ, ਆਪਣੀ ਮੈਂਟੈਲਿਟੀ ਨੂੰ ਰੱਬ ਦੀ ਸੋਚ ਵਿੱਚ ਮਿਲਾ ਦਿੰਦੇ ਨੇ, ਉਹਨਾਂ ਨੂੰ ਫਿਰ ਕਦੇ ਵਿਛੋੜਾ ਨਹੀਂ ਸਹਾਰਨਾ ਪੈਂਦਾ, ਉਹ ਕਦੇ ਵਿਛੁੜਦੇ ਨਹੀਂ, ਉਹਨਾਂ ਦਾ ਮਿਲਾਪ ਹਮੇਸ਼ਾ ਲਈ ਹੋ ਜਾਂਦਾ ਹੈ।
ਉਹ ਕਦੇ ਵੀ ਨਹੀਂ ਵਿਛੜਦੇ। ਉਹਨਾਂ ਨੂੰ ਆਰਿਆਂ ਦੇ ਨਾਲ ਬੇਸ਼ੱਕ ਚੀਰ ਲਓ, ਪਰ ਰੱਬ ਨਾਲੋਂ, ਗੁਰੂ ਨਾਲੋਂ ਟੁੱਟਦੇ ਨਹੀਂ, ਜਿਹੜੇ ਤੁਰੂ ਤੋਂ ਹੀ ਮਿਲੇ ਨੇ ਔਰ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ। ਅੰਤਰ ਸ਼ਬਦ ਰਵਿਆ ਗੁਰ ਪਾਇਆ, ਸਗਲੇ ਦੁੱਖ ਨਿਵਾਰੇ। ਰਵਿਆ ਦਾ ਮਤਲਬ ਪ੍ਰਗਟ ਹੋਇਆ, ਵਸਿਆ। ਰਵਿਆ ਦਾ ਮਤਲਬ ਵਸ ਪਿਆ। ਗੁਰ ਪਾਇਆ ਦਾ ਮਤਲਬ ਗੁਰੂ ਮਿਲ ਪਿਆ। ਸਗਲੇ ਦੁੱਖ ਨਿਵਾਰੇ ਦਾ ਮਤਲਬ ਦੁੱਖ ਦੂਰ ਕੀਤੇ। ਅੰਤਰ ਸ਼ਬਦ ਰਵਿਆ ਗੁਰ ਪਾਇਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸਦਾ ਹੈ, ਉਪਦੇਸ਼ ਵਸਦਾ ਹੈ, ਉਹਨਾਂ ਨੂੰ, ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ ਵਸਦਾ ਹੈ। ਯਾਨੀ ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਗੁਰੂ ਦੇ ਮਿਲਾਪ ਕਰਕੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ, ਯਾਨੀ ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਆਪਣੀ ਸੋਚ ਅੰਦਰ ਵਸਾ ਲਿਆ, ਗੁਰੂ ਦੇ ਸ਼ਬਦ ਨੂੰ ਇੰਪਲੀਮੈਂਟ ਕੀਤਾ, ਸਗਲੇ ਦੁੱਖ ਨਿਵਾਰੇ। ਪ੍ਰਭੂ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ। ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਕਿੰਨਾਂ ਦੇ? ਜੋ ਗੁਰੂ ਨੂੰ ਮਿਲ ਕੇ ਗੁਰੂ ਦੇ ਉਪਦੇਸ਼ ਨੂੰ ਆਪਣੀ ਸੋਚ ਵਿੱਚ ਵਸਾ ਲੈਂਦੇ ਨੇ, ਗੁਰੂ ਉਪਦੇਸ਼ ਨੂੰ ਇੰਪਲੀਮੈਂਟ ਕਰਦੇ ਹਨ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ। ਔਰ ਹਕੀਕਤ ਇਹੀ ਹੈ, ਯੂਨੀਵਰਸਲ ਟਰੁਥ ਹੈ ਇਹ, ਕਿ ਜਿੰਨੇ ਵੀ ਦੁੱਖ ਨੇ ਉਹ ਪਾਪਾਂ ਵਿਕਾਰਾਂ ਕਰਕੇ ਨੇ, ਔਰ ਜਿੰਨੇ ਵੀ ਸੁੱਖ ਨੇ ਉਹ ਸ਼ੁਭ ਗੁਣਾ ਕਰਕੇ ਨੇ। ਤੇ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹਨ, ਉਹਨਾਂ ਦੀ ਜ਼ਿੰਦਗੀ ਵਿੱਚ ਸਿਰਫ ਗੁਣ ਹੁੰਦੇ ਨੇ, ਔਗਣ ਨਹੀਂ ਹੁੰਦੇ। ਤੇ ਜਿੱਥੇ ਹਮੇਸ਼ਾ ਗੁਣ ਹੁੰਦੇ ਨੇ, ਉੱਥੇ ਹਮੇਸ਼ਾ ਹੀ ਸੁੱਖ ਔਰ ਖੁਸ਼ੀਆਂ ਟਿਕੀਆਂ ਰਹਿੰਦੀਆਂ ਨੇ। ਹਰ ਸੁਖ ਦਾਤਾ ਸਦਾ ਸਲਾਹੀ, ਅੰਤਰ ਰੱਖਾਂ ਉਰ ਧਾਰੇ। ਤੇ ਫਿਰ ਜਿਹੜੇ ਗੁਰੂ ਨਾਲ ਮਿਲਦੇ ਨੇ, ਗੁਰੂ ਦੱਸੇ ਰਾਹਾਂ ਤੇ ਚੱਲਦੇ ਨੇ, ਉਹਨਾਂ ਦੇ ਅੰਦਰ ਫਿਰ ਇੱਕ ਤਾਂਘ ਬਣੀ ਰਹਿੰਦੀ ਹੈ, ਉਹਨਾਂ ਦੇ ਅੰਦਰ ਇੱਕ ਖਿੱਚ ਬਣੀ ਰਹਿੰਦੀ ਹੈ, ਇੱਕ ਲਗਨ ਲੱਗੀ ਰਹਿੰਦੀ ਹੈ। ਕਿਹੜੀ ਲਗਨ? ਕਿ ਮੈਂ ਸੁਖ ਦੇਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਸਦਾ ਕਰਾਂ। ਹਰ ਸੁਖ ਦਾਤਾ ਸਦਾ ਸਲਾਹੀ। ਸੁਖ ਦਾਤਾ ਦਾ ਮਤਲਬ ਸੁਖਾਂ ਦੀ ਦਾਤ ਦੇਣ ਵਾਲਾ। ਮੈਂ ਉਹਦੀ ਸਦਾ ਸਿਫਤ ਸਲਾਹ ਕਰਾਂ, ਮੈਂ ਉਹਦੇ ਹਮੇਸ਼ਾ ਗੁਣ ਗਾਉਂਦਾ ਰਹਾਂ। ਇਹ ਉਹਨਾਂ ਦੇ ਅੰਦਰ ਤਾਂਘ ਰਹਿੰਦੀ ਹੈ ਕਿ ਮੈਂ ਗੁਣਾਂ ਦੀ ਵਰਤੋਂ ਹਮੇਸ਼ਾ ਕਰਾਂ। ਅੰਤਰ ਰੱਖਾਂ ਉਰ ਧਾਰੇ। ਉਰ ਦਾ ਮਤਲਬ ਹਿਰਦਾ, ਯਾਨੀ ਮੈਂਟੈਲਿਟੀ, ਸੋਚ। ਔਰ ਉਹਨਾਂ ਦੇ ਅੰਦਰ ਇਹ ਤਾਂਘ ਹੁੰਦੀ ਹੈ ਕਿ ਮੈਂ ਰੱਬੀ ਗੁਣਾਂ ਨੂੰ, ਰੱਬ ਨੂੰ ਆਪਣੇ ਸੋਚ ਦੇ ਅੰਦਰ ਵਸਾ ਕੇ ਰੱਖਾਂ, ਮੇਰੀ ਜ਼ਬਾਨ ਤੇ ਨਹੀਂ। ਜ਼ਬਾਨ ਤੇ ਤਾਂ ਬਹੁਤ ਲੋਕਾਂ ਦੀ, ਹਜ਼ਾਰਾਂ ਲੱਖਾਂ ਲੋਕ ਰੱਬ ਰੱਬ ਕਰ ਰਹੇ ਨੇ, ਲੱਖਾਂ ਕਰੋੜਾਂ ਲੋਕ ਇਹ ਕਹਿ ਰਹੇ ਨੇ ਕਿ ਸੱਚ ਬੋਲੋ, ਰਿਸ਼ਵਤ ਨਾ ਲਓ, ਬੇਈਮਾਨੀ ਨਾ ਕਰੋ, ਕਰੈਕਟਰਲੈਸ ਨਾ ਹੋਵੋ, ਲੜਾਈ ਦੰਗੇ ਫਸਾਦ ਨਾ ਕਰੋ, ਪਿਆਰ ਮੁਹੱਬਤ ਦੇ ਨਾਲ ਰਹੋ। ਜ਼ਬਾਨ ਨਾਲ ਲੱਖਾਂ ਲੋਕ ਇਹ ਗੱਲਾਂ ਕਹਿ ਰਹੇ ਨੇ, ਲੇਕਿਨ ਹਕੀਕਤ ਦੇ ਵਿੱਚ, ਜੀਵਨ ਵਿੱਚ ਐਸਾ ਕੁਝ ਨਹੀਂ ਹੈ, ਕਿਉਂਕਿ ਉਹਨਾਂ ਦੀ ਸੋਚ ਦੇ ਅੰਦਰ ਇਹ ਚੀਜ਼ ਨਹੀਂ ਵਸੀ ਹੋਈ। ਤਾਂ ਜੋ ਰੱਬੀ ਪਿਆਰੇ ਨੇ, ਉਹਨਾਂ ਦੇ ਅੰਦਰ ਇਹ ਤਾਂਘ ਬਣੀ ਰਹਿੰਦੀ ਹੈ ਕਿ ਮੈਂ ਹਮੇਸ਼ਾ ਹੀ ਰੱਬੀ ਗੁਣਾਂ ਨੂੰ ਗਾਉਂਦਾ ਰਹਾਂ ਔਰ ਆਪਣੀ ਸੋਚ ਦੇ ਅੰਦਰ ਵਸਾਈ ਰੱਖਾਂ। ਤੇ ਫਿਰ ਐਸੇ ਜੋ ਚੰਗੇ ਲੋਕ ਨੇ ਦੁਨੀਆ ਵਿੱਚ, ਕਿਉਂਕਿ ਸਾਰੀ ਦੁਨੀਆ ਮਾੜੀ ਨਹੀਂ ਨਾ ਕਦੇ ਹੁੰਦੀ, ਜਿਹੜੇ ਗੁਰੂ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਸੱਚ ਦੇ ਧਾਰਨੀ ਨੇ, ਤਾਂ ਉਹਨਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਫਿਰ ਜੈਲਸੀ ਹੁੰਦੀ ਹੈ। ਲੋਕ ਜੈਲਸੀ ਕਰਦੇ ਨੇ, ਈਰਖਾ ਕਰਦੇ, ਔਰ ਉਹਨਾਂ ਦੇ ਖਿਲਾਫ ਬੋਲਦੇ ਨੇ। ਗੁਰੂ ਨਾਨਕ ਦੇਵ ਜੀ ਨੂੰ ਆਮ ਜਿਹੜੇ ਬਹੁਤੇ ਲੋਕ ਸਨ, ਉਹ ਭੂਤਨਾ ਬੇਤਾਲਾ ਤੇ ਕੁਰਾਈਆ ਕਹਿ ਰਹੇ ਸਨ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਭੂਤਨਾ ਔਰ ਬੇਤਾਲਾ ਕਹਿੰਦਾ। ਭਗਤ ਕਬੀਰ ਜੀ ਦੀ ਲੋਕ ਨਿੰਦਿਆ ਕਰਦੇ, ਚੰਗੇ ਲੋਕਾਂ ਦੇ ਲੋਕ ਖਿਲਾਫ ਬੋਲਦੇ ਨੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਇਨਸਾਨ ਗੁਰੂ ਦੱਸੇ ਰਾਹਾਂ ਤੇ ਚੱਲਦਾ ਹੈ, ਗੁਰੂ ਦੀ ਸੋਚ ਨੂੰ ਅਪਣਾ ਲੈਂਦਾ ਹੈ, ਆਪਣੀ ਸੋਚ ਨੂੰ ਰੱਬੀ ਸੋਚ ਵਿੱਚ ਮਿਲਾ ਦਿੰਦਾ ਹੈ, ਮਨਮੁਖ ਤਿਨ ਕੀ ਬਖੀਲੀ ਕੇ ਕਰੇ। ਬਖੀਲੀ ਦਾ ਮਤਲਬ ਚੁਗਲੀ। ਜਿਨ੍ਹਾਂ ਨੇ ਗੁਰੂ ਸ਼ਬਦ ਦੀ ਰਾਹੀਂ ਪ੍ਰਭੂ ਨੂੰ ਸੋਹਣਾ ਬਣਾ ਦਿੱਤਾ ਹੈ, ਜਿਨ੍ਹਾਂ ਨੂੰ ਜੇ ਸੱਚੇ ਸ਼ਬਦ ਸਵਾਰੇ, ਜਿਨ੍ਹਾਂ ਨੂੰ ਗੁਰੂ ਸ਼ਬਦ ਦੇ ਰਾਹੀਂ ਸੱਚੇ ਪ੍ਰਭੂ ਨੇ ਆਪ ਸੋਹਣਾ ਬਣਾ ਦਿੱਤਾ ਹੈ, ਜਿਨ੍ਹਾਂ ਦੀ ਸੋਚ ਸੋਹਣੀ ਬਣਾ ਦਿੱਤੀ ਹੈ, ਜਿਨ੍ਹਾਂ ਦਾ ਬਿਹੇਵੀਅਰ, ਬੋਲ ਬਾਣੀ ਸੰਵਾਰ ਦਿੱਤੀ ਹੈ, ਕੋਈ ਮਨਮੁਖ ਉਹਨਾਂ ਦੀ ਨਿੰਦਾ ਭਲਾ ਕੀ ਕਰ ਸਕਦਾ ਹੈ? ਕੋਈ ਉਹਨਾਂ ਦੀ ਚੁਗਲੀ ਕੀ ਕਰ ਸਕਦਾ ਹੈ? ਯਾਨੀ ਉਹਨਾਂ ਦੀ ਚੁਗਲੀ ਨਿੰਦਾ ਕਰਕੇ ਕੀ ਵਿਗਾੜ ਸਕਦਾ? ਕੁਝ ਵੀ ਨਹੀਂ ਵਿਗਾੜ ਸਕਦਾ, ਕਿਉਂਕਿ ਸੱਚ ਨੇ ਤਾਂ ਸੱਚ ਰਹਿਣਾ ਹੈ। ਉਹ ਫਿਰ ਕਿਸੇ ਦੀ ਚੁਗਲੀ, ਨਿੰਦਾ ਜਾਂ ਮਤਲਬ ਬਦਖੂਈ ਕਰਨ ਦੀ ਪਰਵਾਹ ਨਹੀਂ ਕਰਦੇ, ਉਹ ਸੱਚ ਦੇ ਰਾਹਾਂ ਤੇ ਤੁਰੇ ਜਾਂਦੇ ਨੇ। ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ, ਸਰਨਾਗਤ ਪਏ ਗੁਰਦੁਆਰੇ।
ਪਿਆਰਾ ਪ੍ਰਭੂ ਉਹਨਾਂ ਦੀ ਲਾਜ ਪਤ ਆਪ ਰੱਖਦਾ ਹੈ। ਉਹ ਸਦਾ ਗੁਰੂ ਦੇ ਦਰ ਤੇ ਪ੍ਰਭੂ ਦੀ ਸ਼ਰਨ ਵਿੱਚ ਟਿਕੇ ਰਹਿੰਦੇ ਨੇ। ਸ਼ਰਨ ਪੈ ਗੁਰਦੁਆਰੇ, ਗੁਰਦੁਆਰੇ ਦਾ ਮਤਲਬ ਗੁਰੂ ਦੇ ਦਰ ਤੇ, ਯਾਨੀ ਉਹ ਹਮੇਸ਼ਾ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ। ਤੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਮਨ, ਬਚਨ ਔਰ ਕਰਮ ਕਰਕੇ, ਉਹਨਾਂ ਦੀ ਪੱਤ ਫਿਰ ਪ੍ਰਭੂ ਆਪ ਰੱਖਦਾ ਹੈ, ਉਹਨਾਂ ਦੀ ਇੱਜ਼ਤ ਆਪ ਰੱਖਦਾ ਹੈ। ਜਿੱਥੇ ਵੀ ਜਾਣਗੇ ਉਹਨਾਂ ਨੂੰ ਇੱਜ਼ਤ ਮਿਲੇਗੀ, ਮਾਨ ਮਿਲੇਗਾ, ਸਤਿਕਾਰ ਮਿਲੇਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਨਾਨਕ ਗੁਰਮੁਖ ਸੇ ਸੁਹੇਲੇ ਪਏ, ਮੁਖ ਊਜਲ ਦਰਬਾਰੇ। ਸੁਹੇਲੇ ਦਾ ਮਤਲਬ ਸੁਖੀ, ਦਰਬਾਰੇ ਦਾ ਮਤਲਬ ਪ੍ਰਭੂ ਦੀ ਹਜ਼ੂਰੀ ਵਿੱਚ, ਮਨਮੁਖ ਦਾ ਮਤਲਬ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਤੇ ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ। ਨਾਨਕ ਗੁਰਮੁਖ ਸੇ ਸੁਹੇਲੇ ਪਏ। ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਉਹ ਗੁਰਮੁਖ ਸੁਖੀ ਰਹਿੰਦੇ ਨੇ। ਮੁਖ ਉਜਲ ਦਰਬਾਰੇ, ਔਰ ਰੱਬੀ ਦਰ ਦੇ ਅੰਦਰ ਵੀ ਉਹਨਾਂ ਦੇ ਮੁਖ ਉਜਵਲ ਹੁੰਦੇ ਨੇ। ਰੱਬੀ ਦਰ ਤੇ ਵੀ ਉਹਨਾਂ ਨੂੰ ਮਾਣ ਮਿਲਦਾ ਹੈ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ। ਜਿਹੜੇ ਪੰਜ ਜਨ ਨੇ, ਜੋ ਸਿਰਮੌਰ ਨੇ, ਯਾਨੀ ਸਚਿਆਰ ਨੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹ ਹਰ ਥਾਂ ਤੇ ਪ੍ਰਵਾਨ ਨੇ, ਉਹੀ ਉੱਗੇ ਪੁਰਖ ਨੇ। ਉਹਨਾਂ ਨੂੰ ਮਾਣ ਮਿਲਦਾ ਹੈ। ਰਾਜਿਆਂ ਦੀ ਮਹਿਫਲ ਵਿੱਚ ਵੀ ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਰੱਬੀ ਦਰ ਤੇ, ਯਾਨੀ ਹਰ ਥਾਂ ਤੇ ਉਹਨਾਂ ਦੇ ਮੁਖ ਉਜਵਲ ਨੇ, ਉਹ ਸੁਰਖਰੂ ਨੇ। ਉਹਨਾਂ ਦੇ ਉੱਤੇ ਕੋਈ ਦਾਗ ਔਰ ਧੱਬਾ ਨਹੀਂ ਹੁੰਦਾ ਪਾਪ ਔਰ ਵਿਕਾਰਾਂ ਦਾ। ਪੌੜੀ। ਇਸਤਰੀ ਪੁਰਖੈ ਬਹੁ ਪ੍ਰੀਤ, ਮਿਲ ਮੋਹ ਵਧਾਇਆ। ਮਨੁੱਖ ਦਾ ਆਪਣੀ ਇਸਤਰੀ ਦੇ ਨਾਲ ਪਿਆਰ ਹੁੰਦਾ ਹੈ, ਔਰ ਇਸਤਰੀ ਦਾ ਆਪਣੇ ਪਤੀ ਦੇ ਨਾਲ ਪਿਆਰ ਹੁੰਦਾ ਹੈ, ਪ੍ਰੀਤ ਹੁੰਦੀ ਹੈ। ਔਰ ਇਹ ਪ੍ਰੀਤ ਹੋਣੀ ਬਹੁਤ ਜ਼ਰੂਰੀ ਹੈ। ਇੱਥੇ ਇਹ ਨਹੀਂ ਕਿ ਇਸਤਰੀ ਦੇ ਨਾਲ ਪ੍ਰੀਤ ਨਾ ਕਰੇ ਜਾਂ ਇਸਤਰੀ ਪਤੀ ਦੇ ਨਾਲ ਪ੍ਰੀਤ ਨਾ ਕਰੇ। ਸਗੋਂ ਗੁਰਬਾਣੀ ਦੇ ਅੰਦਰ ਤਾਂ ਪਤੀ ਪਤਨੀ ਨੂੰ ਇੱਕ ਮਹਾਨ ਉੱਚਾ ਆਦਰਸ਼ ਦਿੱਤਾ ਗਿਆ ਹੈ ਕਿ ਧਨ ਫਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਕਿ ਪਤੀ ਪਤਨੀ ਉਹਨੂੰ ਨਹੀਂ ਕਿਹਾ ਜਾਂਦਾ ਜੋ ਇੱਕ ਸਟੇਜ ਤੇ ਇਕੱਠੇ ਹੋ ਬਹਿਣ। ਅਸਲ ਦੇ ਅੰਦਰ ਪਤੀ ਔਰ ਪਤਨੀ ਉਹ ਨੇ ਜੋ ਵੇਖਣ ਨੂੰ ਦੋ ਹੋਣ, ਲੇਕਿਨ ਸੋਚ ਉਹਨਾਂ ਦੀ ਇੱਕ ਹੋਵੇ, ਉਹਨੂੰ ਅਸਲੀ ਪਤੀ ਪਤਨੀ ਕਹਿੰਦੇ ਨੇ। ਪਰ ਇੱਥੇ ਜਿਹੜੀ ਪ੍ਰੋਬਲਮ ਹੈ, ਪਤੀ ਪਤਨੀ ਜੋ ਮਿਲ ਕੇ ਕ੍ਰੀਏਟ ਕਰ ਰਹੇ ਨੇ, ਇੱਥੇ ਉਹਦਾ ਜ਼ਿਕਰ ਕੀਤਾ ਗਿਆ ਹੈ। ਇੱਥੇ ਪਤੀ ਔਰ ਪਤਨੀ ਦੇ ਰਿਸ਼ਤੇ ਦੀ ਨੇੜਤਾ ਨੂੰ ਗਲਤ ਨਹੀਂ ਕਿਹਾ ਗਿਆ। ਇੱਥੇ ਜੋ ਪ੍ਰੋਬਲਮ ਹੈ, ਪਤੀ ਪਤਨੀ ਮਿਲ ਕੇ ਜੋ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ, ਇੱਥੇ ਉਹਦਾ ਜ਼ਿਕਰ ਹੈ। ਇਸਤਰੀ ਪੁਰਖ ਹੈ ਬਹੁ ਪ੍ਰੀਤ, ਮਿਲ ਮੋਹ ਵਧਾਇਆ। ਤੇ ਇਸਤਰੀ ਪੁਰਖ ਆਪਸ ਵਿੱਚ ਪਿਆਰ ਕਰਕੇ ਤੇ ਮੋਹ ਵਧਾ ਰਹੇ ਨੇ, ਆਪਸ ਦੇ ਅੰਦਰ ਮੋਹ ਪੈਦਾ ਕੀਤਾ ਹੈ ਦੁਨੀਆ ਨਾਲ। ਮੋਹ ਦਾ ਮਤਲਬ ਸੈਲਫਿਸ਼ਨੈਸ। ਹੁਣ ਇਹ ਜਿਹੜੀ ਪ੍ਰੀਤ ਹੈ ਨਾ, ਜਿਹੜੀ ਪ੍ਰੇਮ ਦੇ ਅੰਦਰ ਮੋਹ ਹੋਏਗਾ, ਉਹ ਮੋਹ ਪ੍ਰੋਬਲਮ ਕਰੇਗਾ, ਮੋਹ ਕ੍ਰੀਏਟ ਕਰੇਗਾ, ਪ੍ਰੋਬਲਮ ਕ੍ਰੀਏਟ ਕਰੇਗਾ। ਕਿਵੇਂ? ਦੇਖੋ, ਜਿਹਦਾ ਪਿਆਰ ਹੈ ਉਹਦਾ ਸਭ ਨਾਲ ਪਿਆਰ ਹੋਏਗਾ, ਉਹ ਸਾਰਿਆਂ ਵਾਸਤੇ ਸੁੱਖ ਲੱਭੇਗਾ। ਪਰ ਜਿਸ ਦੇ ਅੰਦਰ ਮੋਹ ਹੋਏਗਾ, ਉਹ ਸਿਰਫ ਆਪਣੇ ਵਾਸਤੇ ਸੁੱਖ ਸੋਚੇਗਾ, ਬੇਗਾਨਿਆਂ ਵਾਸਤੇ ਨਹੀਂ, ਦੂਜਿਆਂ ਵਾਸਤੇ ਨਹੀਂ। ਜੋ ਸੈਲਫਿਸ਼ਨੈਸ ਜਿਸ ਬੰਦੇ ਦੇ ਅੰਦਰ ਹੈ ਨਾ, ਸੈਲਫਿਸ਼ ਮਨੁੱਖ ਹੈ, ਸਵਾਰਥੀ ਮਨੁੱਖ ਹੈ, ਮੋਹ ਹੈ ਜਿਸ ਦੇ ਅੰਦਰ, ਉਹ ਬੰਦਾ ਆਪਣੇ ਸੁੱਖਾਂ ਵਾਸਤੇ ਦੂਜਿਆਂ ਨੂੰ ਦੁੱਖਾਂ ਵਿੱਚ ਧਕੇਲ ਦੇਗਾ। ਉਹ ਆਪਣੇ ਘਰ ਨੂੰ ਆਬਾਦ ਕਰਨ ਵਾਸਤੇ ਦੂਜਿਆਂ ਦੇ ਘਰ ਨੂੰ ਬਰਬਾਦ ਕਰਨ ਲੱਗਿਆਂ ਦੇਰ ਨਹੀਂ ਲਾਏਗਾ। ਉਹ ਦੂਜਿਆਂ ਦੀ ਬੇਇੱਜ਼ਤੀ ਚੋਂ ਆਪਣੀ ਇੱਜ਼ਤ ਲੱਭੇਗਾ। ਉਹ ਦੂਜਿਆਂ ਨੂੰ ਉਜਾੜ ਕੇ ਆਪਣਾ ਵਸੇਬਾ ਚਾਹੇਗਾ। ਉਹ ਦੂਜਿਆਂ ਦੇ ਬੱਚਿਆਂ ਨੂੰ ਬਰਬਾਦ ਕਰਕੇ ਆਪਣੇ ਬੱਚਿਆਂ ਨੂੰ ਆਬਾਦ ਕਰਨਾ ਚਾਹੇਗਾ। ਇੱਥੇ ਪ੍ਰੋਬਲਮ ਉਸ ਮੋਹ ਦੀ ਔਰ ਸਵਾਰਥ ਦੀ ਹੈ। ਜੇ ਉਹਨਾਂ ਦੇ ਅੰਦਰ ਸਵਾਰਥ ਹੈ ਤਾਂ ਫਿਰ ਉਹ ਪ੍ਰੋਬਲਮ ਹੋਏਗੀ। ਪਹਿਲੀ ਗੱਲ, ਜੇ ਦੋਵੇਂ ਮਿਲ ਕੇ ਸਵਾਰਥ ਕਰ ਰਹੇ ਨੇ, ਤੇ ਜੇ ਦੋਵੇਂ ਹੀ ਸਵਾਰਥੀ ਨੇ ਤਾਂ ਫਿਰ ਇੱਕ ਦੂਜੇ ਦੇ ਨੇੜੇ ਵੀ ਨਹੀਂ ਰਹਿ ਪਾਣਗੇ। ਉਹਨਾਂ ਦੀ ਉਹ ਪ੍ਰੀਤ, ਜਿਹੜਾ ਪਿਆਰ ਹੈ, ਉਹ ਵੀ ਝੂਠਾ ਹੀ ਹੋਏਗਾ ਜੇ ਸਵਾਰਥੀ ਹੋਣਗੇ। ਜੇ ਪਤਨੀ ਸਵਾਰਥੀ ਹੈ ਤਾਂ ਉਹ ਕੇਵਲ ਆਪਣੇ ਵਾਸਤੇ ਸੋਚੇਗੀ, ਪਤੀ ਵਾਸਤੇ ਨਹੀਂ। ਜੇ ਪਤੀ ਸਵਾਰਥੀ ਹੈ ਤਾਂ ਇਕੱਲਾ ਆਪਣੇ ਲਈ ਸੋਚੇਗਾ, ਤਾਂ ਉਹਨਾਂ ਦਾ ਰਿਸ਼ਤਾ ਵੀ ਬਰਬਾਦ ਹੋਏਗਾ। ਗੱਲ ਇੱਥੇ ਮੋਹ ਦੀ ਹੈ ਕਿ ਜਿਹੜੀ ਪ੍ਰੋਬਲਮ ਹੈ ਉਹ ਮੋਹ ਹੈ। ਪੁੱਤਰ ਕਲਤਰ ਨਿਤ ਵੇਖੈ, ਵਿਗਸੈ ਮੋਹ ਮਾਇਆ।
ਕਲਤਰ ਦਾ ਮਤਲਬ ਇਸਤਰੀ, ਵਿਗਸੇ ਦਾ ਮਤਲਬ ਖੁਸ਼ ਹੁੰਦਾ ਹੈ, ਮੋਹ ਦਾ ਮਤਲਬ ਮੋਹ ਦੇ ਕਾਰਨ। ਤੇ ਜੋ ਪੁਰਖ ਹੈ ਉਹ ਨਿਤ ਆਪਣੇ ਪੁੱਤਰ ਨੂੰ ਤੇ ਆਪਣੀ ਪਤਨੀ ਨੂੰ ਵੇਖਦਾ ਹੈ ਔਰ ਮਾਇਆ ਮੋਹ ਦੇ ਕਾਰਨ ਖੁਸ਼ ਹੁੰਦਾ ਹੈ। ਹੁਣ ਇੱਥੇ ਇਹ ਨਹੀਂ ਹੈ ਕਿ ਪਤੀ ਪਤਨੀ ਨੂੰ ਵੇਖ ਕੇ ਖੁਸ਼ ਨਾ ਹੋਵੇ, ਪੁੱਤਰਾਂ ਬੱਚਿਆਂ ਨੂੰ, ਲੇਕਿਨ ਪ੍ਰੋਬਲਮ ਇੱਥੇ ਮਾਇਆ ਮੋਹ ਦੀ ਹੈ ਕਿ ਮਾਇਆ ਦੇ ਮੋਹ ਦੇ ਕਾਰਨ ਖੁਸ਼ ਹੋ ਰਿਹਾ ਹੈ। ਤੇ ਮਾਇਆ ਕੀ ਹੈ? ਉਹ ਸੋਚ ਜੋ ਸਾਨੂੰ ਸਾਰਿਆਂ ਵਿੱਚ ਰੱਬ ਨਹੀਂ ਵੇਖਣ ਦਿੰਦੀ, ਸਾਡੀ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਸਾਡੀ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਸ ਸੋਚ ਦੇ ਮੋਹ ਵਿੱਚ ਫਸਿਆ ਹੋਇਆ ਬੰਦਾ ਆਪਣੇ ਪੁੱਤਰ, ਇਸਤਰੀ ਆਦਿਕ ਨੂੰ ਵੇਖ ਰਿਹਾ ਹੈ। ਤੇ ਜੇ ਹਰ ਬੰਦਾ ਇਸ ਸੋਚ ਦੇ ਨਾਲ ਵੇਖੇਗਾ ਤੇ ਇਸ ਦੁਨੀਆ ਦਾ ਦੇਖੋ ਹਾਲ ਕੀ ਹੋਏਗਾ ਨਾ। ਦੇਸ਼ ਪਰਦੇਸ਼ ਧਨ ਚੋਰਾਏ ਆਣ ਮੂੰਹ ਪਾਇਆ। ਤੇ ਇਹ ਸੋਚ ਦਾ ਹੁਣ ਨਤੀਜਾ ਦੱਸ ਰਹੇ ਨੇ, ਜਿਹੜਾ ਮੋਹ ਸੀ, ਸਵਾਰਥ ਸੀ, ਸੈਲਫਿਸ਼ਨੈਸ ਸੀ, ਉਹਦਾ ਨਤੀਜਾ ਹੁਣ ਇਹ ਹੈ ਕਿ ਦੇਸ਼ ਪਰਦੇਸ਼ ਧਨ ਚੋਰਾਏ। ਦੇਸ਼ ਦਾ ਮਤਲਬ ਆਪਣੇ ਦੇਸ਼ ਵਿੱਚੋਂ, ਪਰਦੇਸ਼ ਦਾ ਮਤਲਬ ਪਰਾਏ ਦੇਸ਼ ਵਿੱਚੋਂ, ਆਣ ਦਾ ਮਤਲਬ ਲਿਆ ਕੇ, ਦੇਸੋਂ ਪਰਦੇਸੋਂ ਧਨ ਠੱਗ ਕੇ, ਬੇਗਾਨਾ ਧਨ ਠੱਗ ਠੱਗ ਕੇ ਉਹਨਾਂ ਨੂੰ ਲਿਆ ਕੇ ਮੂੰਹ ਚ ਪਾਉਂਦਾ, ਉਹਨਾਂ ਨੂੰ ਖਵਾਉਂਦਾ, ਉਹਨਾਂ ਤੇ ਖਰਚ ਕਰਦਾ। ਬੇਗਾਨਾ ਧਨ ਦੇਸ਼ ਪਰਦੇਸ਼ ਚੋਂ ਠੱਗ ਕੇ, ਚੋਰੀ ਕਰਕੇ, 2 ਨੰਬਰ ਦੇ ਧੰਦੇ ਕਰਕੇ ਤੇ ਆਪਣੀ ਪਤਨੀ ਔਰ ਆਪਣੇ ਬੱਚਿਆਂ ਦੇ ਮੂੰਹ ਚ ਪਾਉਂਦਾ ਹੈ। ਇਹਦਾ ਕਾਰਨ ਕੀ ਹੈ? ਮੋਹ। ਤਾਂ ਇਹ ਗਲਤ ਹੈ ਨਾ। ਬਾਬਾ ਕਬੀਰ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਹੈ, ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤ ਦਾਰਾ ਪਹਿਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੈ। ਕਪਟ ਨਹੀਂ ਕਰਨਾ ਚਾਹੀਦਾ, ਪਰ ਮੋਹ ਦੇ ਅੰਦਰ ਫਸਿਆ ਬੰਦਾ ਕਪਟ ਕਰਦਾ ਹੈ ਤੇ ਉਹਦਾ ਨਤੀਜਾ ਕੀ ਨਿਕਲਦਾ ਹੈ? ਅੰਤ ਹੋਵੇ ਵੈਰ ਵਿਰੋਧ, ਕੋ ਸਕੇ ਨਾ ਛਡਾਇਆ। ਆਖਰ ਐਸੀ ਜ਼ਿੰਦਗੀ ਜਿੱਥੇ ਮੋਹ ਹੈ, ਸਵਾਰਥ ਹੈ, ਜਿੱਥੇ ਠੱਗੀਆਂ ਨੇ, ਐਸਾ ਜਿਹੜਾ ਧਨ ਹੈ ਉਹ ਵੈਰ ਵਿਰੋਧ ਪੈਦਾ ਕਰ ਦਿੰਦਾ ਹੈ। ਕੋ ਸਕੇ ਨਾ ਛਡਾਇਆ। ਤੇ ਧਨ ਦੀ ਖਾਤਰ ਕੀਤੇ ਪਾਪਾਂ ਤੋਂ ਕੋਈ ਬੰਦਾ ਫਿਰ ਛਡਾ ਵੀ ਨਹੀਂ ਸਕਦਾ। ਹੁਣ ਕੌਣ ਛਡਾਏ? ਜਿੱਥੇ ਪਾਪ ਨੇ, ਵਿਕਾਰ ਨੇ, ਜਿੱਥੇ ਸੋਚ ਮਾੜੀ ਹੈ, ਹੁਣ ਉੱਥੇ ਵੈਰ ਵਿਰੋਧ ਪੈਦਾ ਹੋ ਗਿਆ ਤੇ ਉਸ ਵੈਰ ਵਿਰੋਧ ਨੂੰ ਕੌਣ ਛਡਾਏ? ਅਸੀਂ ਦੇਖਦੇ ਹਾਂ ਥੋੜੀ ਥੋੜੀ ਪ੍ਰਾਪਰਟੀ ਬਾਰੇ ਪਿੱਛੇ ਭਰਾਵਾਂ ਦਾ ਝਗੜਾ ਹੋ ਜਾਂਦਾ ਹੈ, ਭਰਾਵਾਂ ਦੇ ਕਤਲ ਤੱਕ ਕਰ ਦਿੰਦੇ ਨੇ। ਥੋੜੀ ਥੋੜੀ ਨਿੱਕੀ ਨਿੱਕੀ ਗੱਲ, ਮੋਹ ਸਵਾਰਥ ਝੂਠ ਪਿੱਛੇ ਪਤੀ ਪਤਨੀ ਦਾ ਤਲਾਕ ਹੋ ਜਾਂਦਾ ਹੈ, ਬੱਚੇ ਮਾਪਿਆਂ ਤੋਂ ਦੂਰ, ਮਾਪੇ ਬੱਚਿਆਂ ਤੋਂ ਦੂਰ ਚਲੇ ਜਾਂਦੇ ਨੇ। ਥੋੜੇ ਥੋੜੇ ਰਾਜਨੀਤਿਕਾਂ ਦੇ ਗਲਤ ਬਿਆਨੀ ਕਰਕੇ ਦੇਸ਼ਾਂ ਦੀਆਂ ਲੜਾਈਆਂ ਹੋ ਜਾਂਦੀਆਂ ਨੇ। ਤੇ ਫਿਰ ਇਹਨਾਂ ਚੀਜ਼ਾਂ ਤੋਂ ਹੁਣ ਕੌਣ ਬਚਾਏ? ਗੁਰੂ ਹੀ ਬਚਾ ਸਕਦਾ ਹੈ, ਸੱਚ ਹੀ ਬਚਾ ਸਕਦਾ ਹੈ, ਹੋਰ ਤਾਂ ਕੋਈ ਸਾਧਨ ਨਹੀਂ ਹੈ। ਨਾਨਕ ਵਿਣ ਨਾਮੈ ਤ੍ਰਿਗ ਮੋਹ, ਜਿਤ ਲਗ ਦੁੱਖ ਪਾਇਆ। ਤ੍ਰਿਗ ਦਾ ਮਤਲਬ ਫਿਟਕਾਰ ਯੋਗ, ਲਾਨਤ ਯੋਗ। ਜਿਤ ਦਾ ਮਤਲਬ ਜਿਸ ਵਿੱਚ ਲੱਗ ਕੇ। ਹੇ ਨਾਨਕ, ਰੱਬੀ ਸਿਫਤ ਸਲਾਹ ਤੋਂ ਵਾਂਝੇ ਰਹਿ ਕੇ। ਵਿਣ ਨਾਵੇਂ ਦਾ ਮਤਲਬ ਰੱਬੀ ਹੁਕਮ ਤੋਂ ਬਿਨਾ, ਰੱਬੀ ਗੁਣਾ ਤੋਂ ਬਿਨਾ, ਰੱਬੀ ਗੁਣਾ ਤੋਂ ਵਾਂਝੇ ਰਹਿ ਕੇ ਇਹ ਮੋਹ ਫਿਟਕਾਰ ਯੋਗ ਹੈ। ਲਾਨਤ ਹੈ ਐਸੇ ਮੋਹ ਨੂੰ, ਜਿਹੜਾ ਮੋਹ ਪਤੀ ਪਤਨੀ ਨੂੰ ਦੂਰ ਕਰਦਾ ਹੈ, ਰਿਸ਼ਤਿਆਂ ਨਾਤਿਆਂ ਵਿੱਚ ਦਰਾਰਾਂ ਪਾ ਦੇਵੇ, ਜਿਹੜਾ ਮੋਹ ਬੰਦੇ ਨੂੰ ਇਨਸਾਨੀਅਤ ਤੋਂ ਦੂਰ ਲੈ ਜਾਏ, ਸਤ ਸੰਤੋਖ ਤੋਂ ਦੂਰ ਲੈ ਜਾਏ। ਲਾਨਤ ਐਸੇ ਮੋਹ ਨੂੰ। ਐਸੇ ਮੋਹ ਦਾ ਖਾਤਮਾ ਹੋਣਾ ਚਾਹੀਦਾ ਨਾ। ਤਾਂ ਇਹ ਮੋਹ ਜਿਹੜਾ ਸੀ ਪਤੀ ਪਤਨੀ ਦੇ ਅੰਦਰ ਕਿਸੇ ਦੇ ਵਿੱਚ ਵੀ ਹੈ, ਕਿਸੇ ਵੀ ਬੰਦੇ ਇਸਤਰੀ ਵਿੱਚ ਤਾਂ ਗੜਬੜ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਇਸ ਮੋਹ ਦੇ ਅੰਦਰ ਲੱਗ ਕੇ ਬੰਦਾ ਦੁੱਖ ਪਾਉਂਦਾ ਹੈ। ਸਾਰੇ ਵਿਕਾਰਾਂ ਦਾ ਕਾਰਨ ਮੋਹ ਬਣ ਜਾਂਦਾ ਹੈ। ਸੈਲਫਿਸ਼ਨੈਸ ਨਹੀਂ ਹੋਣਾ ਚਾਹੀਦਾ, ਇਹਨਾਂ ਚੀਜ਼ਾਂ ਤੋਂ ਉੱਤੇ ਉੱਠਣਾ ਚਾਹੀਦਾ ਹੈ ਔਰ ਰੱਬੀ ਰਜ਼ਾ ਵਿੱਚ ਜ਼ਿੰਦਗੀ ਜੀਣੀ ਚਾਹੀਦੀ ਹੈ। ਸ਼ਲੋਕ ਮਹਿਲਾ ਤੀਜਾ। ਗੁਰਮੁਖ ਅੰਮ੍ਰਿਤ ਨਾਮ ਹੈ, ਜਿਤ ਖਾਧ ਹੈ ਸਭ ਭੁੱਖ ਜਾਏ। ਗੁਰਮੁਖ ਦਾ ਮਤਲਬ ਗੁਰੂ ਦੇ ਕੋਲ, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਸੁੱਚਾ ਪਵਿੱਤਰ ਭੋਜਨ। ਜਿਤ ਖਾਧੇ ਦਾ ਮਤਲਬ ਜਿਸ ਤੇ ਖਾਣ ਨਾਲ ਭੁੱਖ ਜਾਏ ਦਾ ਮਤਲਬ ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ। ਤਾਂ ਗੁਰੂ ਦੇ ਕੋਲ ਇੱਕ ਐਸਾ ਅੰਮ੍ਰਿਤ ਭੋਜਨ ਹੈ, ਆਤਮਿਕ ਜੀਵਨ ਦੇਣ ਵਾਲੀ ਖੁਰਾਕ, ਯਾਨੀ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦੇ ਸਿਧਾਂਤ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ। ਤਾਂ ਗੁਰੂ ਦੇ ਕੋਲ ਇੱਕ ਐਸਾ ਆਤਮਿਕ ਜੀਵਨ ਦੇਣ ਵਾਲਾ ਪਵਿੱਤਰ ਗੁਣ, ਰੱਬ ਦਾ ਹੁਕਮ, ਗਿਆਨ ਹੈ,
ਜਿਤ ਖਾਧੈ ਸਭ ਭੁੱਖ ਜਾਏ, ਜਿਸ ਭੋਜਨ ਨੂੰ ਖਾਦਿਆਂ ਸਾਰੀ ਭੁੱਖ ਹੀ ਖਤਮ ਹੋ ਜਾਂਦੀ, ਜਿਸ ਭੋਜਨ ਨੂੰ ਖਾਦਿਆਂ ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावे जे को पुंचै, तिसका होए उधारो। ਤਾਂ ਇਹ ਜੋ ਨਾਮ ਭੋਜਨ ਹੈ, ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਇੱਕ ਐਸਾ ਜੀਵਨ ਢੰਗ ਹੈ, ਜੇ ਇਸ ਜੀਵਨ ਢੰਗ ਨੂੰ ਅਪਣਾ ਲਿਆ ਜਾਏ ਤਾਂ ਸਾਰੀ ਤ੍ਰਿਸ਼ਨਾ ਆਦਿਕ ਦੀ ਭੁੱਖ ਮਿਟ ਜਾਂਦੀ ਹੈ। ਤ੍ਰਿਸ਼ਨਾ ਮੂਲ ਨਾ ਹੋਵਈ, ਨਾਮ ਵਸੈ ਮਨ ਆਏ। ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ। ਜਦੋਂ ਪ੍ਰਭੂ ਦੀ ਸਿਫਤ ਸਲਾਹ ਮਨ ਵਿੱਚ ਵਸ ਜਾਂਦੀ ਹੈ, ਰੱਬੀ ਹੁਕਮ ਮਨ ਵਿੱਚ ਵਸ ਜਾਂਦਾ ਹੈ, ਤਾਂ ਤ੍ਰਿਸ਼ਨਾ ਉੱਕਾ ਹੀ ਨਹੀਂ ਰਹਿੰਦੀ। ਫਿਰ ਤ੍ਰਿਸ਼ਨਾ ਨਹੀਂ ਰਹਿੰਦੀ। ਜਦੋਂ ਰੱਬੀ ਹੁਕਮ ਮਨ ਵਿੱਚ ਵਸ ਜਾਏ, ਹੁਕਮ ਦੀ ਸਮਝ ਆ ਜਾਏ, ਪ੍ਰਭੂ ਦੀ ਸਿਫਤ ਸਲਾਹ, ਰੱਬੀ ਗੁਣ ਜ਼ਿੰਦਗੀ ਵਿੱਚ ਵਸ ਜਾਣ, ਤਾਂ ਫਿਰ ਤ੍ਰਿਸ਼ਨਾ ਨਹੀਂ ਰਹਿੰਦੀ, ਕਿਉਂਕਿ ਜਿੱਥੇ ਸੰਤੋਖ ਹੋਏਗਾ ਉੱਥੇ ਤ੍ਰਿਸ਼ਨਾ ਨਹੀਂ ਰਹੇਗੀ। ਫਿਰ ਬੰਦਾ ਤ੍ਰਿਸ਼ਨਾ ਦੇ ਅਧੀਨ ਕਰਮ ਨਹੀਂ ਕਰੇਗਾ, ਸੱਚ ਨੂੰ ਬੇਸ ਬਣਾ ਕੇ ਸੱਚੀ ਜ਼ਿੰਦਗੀ ਜੀਵੇਗਾ, ਔਰ ਸੱਚੀ ਕਿਰਤ ਕਰਕੇ ਜੋ ਕੁਝ ਮਿਲੇਗਾ ਉਹਦੇ ਅੰਦਰ ਬੰਦਾ ਖੁਸ਼ ਹੋਏਗਾ, ਉਹਦੇ ਵਿੱਚ ਬੰਦਾ ਪ੍ਰਸੰਨ ਹੋਏਗਾ, ਔਰ ਉਹ ਬੰਦਾ ਸੰਤੋਖ ਦਾ ਧਾਰ ਨਹੀਂ ਬਣੇਗਾ। ਬਿਨ ਨਾਮੇ ਜੇ ਹੋਰ ਖਾਣਾ, ਇਤ ਰੋਗ ਲੱਗੇ ਤਨ ਤਾਏ। ਬਿਨ ਨਾਮੇ ਦਾ ਮਤਲਬ ਨਾਮ ਨੂੰ ਵਿਸਾਰ ਕੇ, ਰੱਬ ਦੇ ਹੁਕਮ ਨੂੰ ਵਿਸਾਰ ਕੇ। ਜੇ ਹੋਰ ਖਾਣਾ ਦਾ ਮਤਲਬ ਜੋ ਹੋਰ ਖਾਣ ਪੀਣ ਦਾ ਚਸਕਾ ਹੈ। ਇਤ ਰੋਗ ਲੱਗੇ ਤਨ ਤਾਏ, ਤਾਏ ਉਸ ਦੇ ਕਾਰਨ ਡੂੰਘਾ ਰੋਗ ਲੱਗ ਜਾਂਦਾ ਹੈ। ਇਹ ਚੀਜ਼ ਨੂੰ ਥੋੜਾ ਜਿਹਾ ਸਮਝਣਾ ਹੈ। ਜਿਵੇਂ ਅਸੀਂ ਜੇ ਭੋਜਨ ਸਹੀ ਖਾਂਦੇ ਆ, ਸਹੀ ਖੁਰਾਕ ਖਾ ਰਹੇ ਆ, ਤਾਂ ਸਹੀ ਖੁਰਾਕ ਖਾਣ ਦੇ ਨਾਲ ਬੰਦਾ ਬਿਮਾਰ ਨਹੀਂ ਹੁੰਦਾ। ਪਰ ਜੇ ਬੰਦਾ ਖੁਰਾਕ ਗਲਤ ਖਾਏ, ਫਾਸਟ ਫੂਡ ਜ਼ਿਆਦਾ ਖਾ ਰਿਹਾ ਹੈ ਜਾਂ ਹੋਰ ਗਲਤ ਚੀਜ਼ਾਂ ਵਰਤ ਰਿਹਾ ਹੈ, ਸ਼ਰਾਬ ਬੇਬਹਾ ਪੀ ਰਿਹਾ ਹੈ, ਤਾਂ ਉਹ ਬੰਦਾ ਬਿਮਾਰ ਹੋਏਗਾ। ਗਲਤ ਖੁਰਾਕ ਖਾਣ ਦੇ ਨਾਲ ਬੰਦਾ ਬਿਮਾਰ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਰੱਬੀ ਹੁਕਮ ਤੋਂ ਬਿਨਾਂ ਜੋ ਹੋਰ ਮਾਨਸਿਕ ਖੁਰਾਕ ਖਾਣੀ ਹੈ, ਰੱਬੀ ਗੁਣਾ ਤੋਂ ਬਿਨਾਂ, ਜਿਵੇਂ ਪਾਪ ਨੇ, ਵਿਕਾਰ ਨੇ, ਅਪਰਾਧ ਨੇ, ਜੇ ਇਹ ਖੁਰਾਕ ਖਾਓਗੇ ਤਾਂ ਫਿਰ ਰੋਗ ਲੱਗ ਜਾਣਗੇ ਸਾਰੇ। ਮਾਨਸਿਕ ਪਰੇਸ਼ਾਨੀਆਂ ਵੀ ਆਉਣਗੀਆਂ, ਬੌਧਿਕ ਪ੍ਰੋਬਲਮਸ ਵੀ ਆਉਣਗੀਆਂ, ਸਰੀਰਕ ਰੋਗ ਵੀ ਲੱਗ ਜਾਣਗੇ, ਅਕਾਮ ਕ੍ਰੋਧ ਆਦਿਕ ਇਹ ਰੋਗ ਵੀ ਚਿੰਬੜ ਜਾਣਗੇ, ਜੇ ਨਾਮ ਤੋਂ ਬਿਨਾਂ ਕੁਝ ਹੋਰ ਖਾਓਗੇ। ਨਾਮ ਦਾ ਮਤਲਬ ਰੱਬੀ ਗੁਣ। ਤਾਂ ਗੁਰੂ ਜੀ ਕਹਿੰਦੇ ਨੇ, ਪ੍ਰਭੂ ਦੇ ਹੁਕਮ ਨੂੰ ਵਿਸਾਰ ਕੇ ਜੋ ਵੀ ਖਾਣ ਪੀਣ ਦੇ ਚਸਕੇ ਨੇ, ਵਿਕਾਰ ਨੇ, ਤ੍ਰਿਸ਼ਨਾ ਆਦਿਕ ਹੈ, ਇਹ ਜੀਵਨ ਦੇ ਅੰਦਰ ਬਹੁਤ ਡੂੰਘਾ ਅਸਰ ਪਾਉਂਦੇ ਨੇ ਔਰ ਬੰਦੇ ਨੂੰ ਰੋਗੀ ਕਰ। ਨਾਨਕ ਰਸ ਕਸ ਸ਼ਬਦ ਸਲਾਹਣਾ, ਆਪੇ ਲੈ ਮਿਲਾਏ। ਰਸ ਕਸ ਦਾ ਮਤਲਬ ਕਈ ਤਰ੍ਹਾਂ ਦੇ ਜੋ ਚਸਕੇ ਨੇ। ਸਲਾਹਣਾ ਦਾ ਮਤਲਬ ਸਿਫਤ ਸਲਾਹ ਕਰਨੀ। ਹੁਣ ਆਮ ਜੋ ਬੰਦਾ ਹੈ ਨਾ, ਉਹ ਬੰਦੇ ਕੁਛ ਤਾਂ ਐਸੇ ਨੇ ਜਿਨ੍ਹਾਂ ਦੀ ਖੁਰਾਕ ਸਿੰਪਲ ਹੈ, ਜਿਹੜੀ ਖੁਰਾਕ ਚਾਹੀਦੀ ਹੈ ਉਹ ਖੁਰਾਕ ਖਾ ਰਹੇ ਨੇ। ਰੋਟੀ ਹੈ, ਦੁੱਧ ਦਹੀਂ ਹੈ, ਜਾਂ ਆਪਣਾ ਮੌਸਮੀ ਸਬਜ਼ੀਆਂ, ਮੌਸਮੀ ਫਲ ਆਦਿਕ ਨੇ। ਇਹ ਚੀਜ਼ਾਂ ਖਾਣੀਆਂ ਹਰ ਬੰਦੇ ਦਾ ਹੱਕ ਹੈ, ਹਰ ਬੰਦੇ ਦਾ ਫਰਜ਼ ਹੈ। ਲੇਕਿਨ ਕਈ ਲੋਕ ਐਸੇ ਨੇ ਜੋ ਜੀਵਨ ਵਾਸਤੇ ਨਹੀਂ ਖਾਂਦੇ, ਕਿਉਂਕਿ ਜੀਵਨ ਵਾਸਤੇ ਖਾਣਾ ਬਹੁਤ ਜ਼ਰੂਰੀ ਹੈ ਨਾ। ਖਾਣਾ ਜੀਵਨ ਵਾਸਤੇ ਬਹੁਤ ਜ਼ਰੂਰੀ ਹੈ। ਕਈ ਲੋਕ ਜੀਵਨ ਵਾਸਤੇ ਖਾਂਦੇ ਨੇ ਤੇ ਕਈ ਲੋਕ ਖਾਣ ਵਾਸਤੇ ਜੀਂਦੇ ਨੇ। ਜਿਹੜੇ ਜੀਣ ਵਾਸਤੇ ਖਾਂਦੇ ਨੇ ਉਹ ਤੰਦਰੁਸਤ ਵੀ ਨੇ, ਉਹ ਸੁਖੀ ਵੀ ਨੇ, ਸ਼ਾਂਤ ਵੀ ਨੇ। ਤੇ ਜੋ ਖਾਣ ਵਾਸਤੇ ਜੀ ਰਹੇ ਨੇ ਨਾ, ਸਿਰਫ ਖਾਣ ਵਾਸਤੇ, ਇੱਕ ਤਾਂ ਉਹਨਾਂ ਦਾ ਤਨ ਵੀ ਰੋਗੀ ਹੋਏਗਾ, ਇੱਕ ਸਮਾਜ ਦੇ ਅੰਦਰ ਵੀ ਉਹ ਰੋਗ ਪੈਦਾ ਕਰਨਗੇ। ਰਸਕਸ ਦਾ ਮਤਲਬ ਇੱਥੇ ਹੈ ਚਸਕੇ। ਇੱਕ ਤੇ ਹੈ ਲੋੜ ਕਰਕੇ ਖਾਣਾ, ਇੱਕ ਕੇ ਚਸਕਿਆਂ ਕਰਕੇ ਖਾਣਾ, ਔਰ ਲੋਕ ਜ਼ਿਆਦਾ ਚਸਕਿਆਂ ਦੇ ਵਿੱਚ ਪਏ ਹੋਏ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਮਨੁੱਖ ਮਾਇਆ ਦੇ ਅਨੇਕਾਂ ਕਿਸਮ ਦੇ ਸਵਾਦਾਂ ਦੇ ਥਾਂ ਤੇ ਸ਼ਬਦ ਸਲਾਹਣਾ, ਗੁਰੂ ਦੇ ਸ਼ਬਦ ਨੂੰ ਔਰ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਨੂੰ ਗ੍ਰਹਿਣ ਕਰੇ, ਆਪੇ ਲੈ ਮਿਲਾਏ, ਤਾਂ ਪ੍ਰਭੂ ਨੂੰ ਆਪਣੇ ਨਾਲ ਮਿਲਾ ਲੇ। ਜੇ ਰਸਾਂ ਕਸਾਂ ਨੂੰ ਛੱਡ ਕੇ, ਦੇਖੋ ਅਸੀਂ ਬੋਲਣਾ ਤੇ ਹੈ ਹੀ ਹੈ, ਵੇਖਣਾ ਤੇ ਹੈ ਹੀ ਹੈ, ਕਰਮ ਤੇ ਕਰਨੇ ਹੀ ਨੇ। ਤੇ ਜੇ ਅਸੀਂ ਰਸ ਕਸ ਮਾੜੇ ਬੋਲ ਬੋਲਣ ਦੀ ਬਜਾਏ ਮਿੱਠੇ ਬੋਲ ਬੋਲ ਲਈਏ, ਝੂਠ ਦੀ ਬਜਾਏ ਸੱਚ ਬੋਲ ਲਈਏ, ਕਿਸੇ ਵੱਲ ਮਾੜੀ ਨਜ਼ਰ ਨਾਲ ਤੱਕਿਆ ਜੇ ਉਹਦੀ ਬਜਾਏ ਚੰਗੀ ਨਜ਼ਰ ਨਾਲ ਤੱਕ ਲਈਏ, ਤਾਂ ਫਿਰ ਸਾਨੂੰ ਰੱਬ ਆਪਣੇ ਨਾਲ ਮਿਲਾ ਲਏਗਾ। ਜੇ ਅਸੀਂ ਪਾਪਾਂ ਵਿਕਾਰਾਂ ਦੀ ਜਗ੍ਹਾ ਤੇ ਇਹਨਾਂ ਸ਼ੁਭ ਗੁਣਾਂ ਨੂੰ ਅਪਣਾ ਲਈਏ, ਤਾਂ ਪ੍ਰਭੂ ਸਾਨੂੰ ਆਪਣੇ ਨਾਲ ਮਿਲਾ ਲਏਗਾ। ਗੱਲ ਤਾਂ ਇੰਨੀ ਕੀ ਹੈ।
ਐਨਰਜੀ ਚੇਂਜ ਕਰਨੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੇ ਮਨੁੱਖ ਮਾਇਆ ਦੇ ਅਨੇਕਾਂ ਕਿਸਮ ਦੇ ਸਵਾਦਾਂ ਦੇ ਥਾਂ ਤੇ ਗੁਰੂ ਸ਼ਬਦ ਨੂੰ, ਪ੍ਰਭੂ ਦੀ ਸਿਫਤ ਸਲਾਹ ਨੂੰ ਗ੍ਰਹਿਣ ਕਰੇ ਤਾਂ ਪ੍ਰਭੂ ਉਸ ਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਮਹਿਲਾ ਤੀਜਾ, ਜੀਆਂ ਅੰਦਰ ਜੀਓ ਸ਼ਬਦ ਹੈ, ਜਿਤ ਸਹੁ ਮੇਲਾਵਾ ਹੋਏ। ਇੱਥੇ ਜੀਆ ਨਹੀਂ ਪੜਨਾ, ਜੀਆਂ। ਜੀਆਂ ਅੰਦਰ ਜੀਓ ਸ਼ਬਦ ਹੈ। ਜੀਓ ਦਾ ਮਤਲਬ ਜਿੰਦ, ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼, ਪ੍ਰਭੂ ਦੀ ਸਿਫਤ ਸਲਾਹ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਦੀ ਸਿਫਤ ਸਲਾਹ ਹੀ ਜੀਵਾਂ ਦੇ ਅੰਦਰ ਅਸਲ ਜ਼ਿੰਦਗੀ ਹੈ। ਅਸਲ ਜ਼ਿੰਦਗੀ, ਅਸਲ ਜੀਵਨ ਕੀ ਹੈ? ਗੁਰੂ ਦਾ ਸ਼ਬਦ। ਜਿਵੇਂ ਪ੍ਰਾਣ ਅੰਦਰ ਹੈ ਨੇ, ਸਵਾਸ ਆ ਰਹੇ ਨੇ ਤਾਂ ਬੰਦਾ ਜਿੰਦਾ ਹੈ, ਤੇ ਜੇ ਸਵਾਸ ਨਹੀਂ ਤਾਂ ਬੰਦਾ ਮਰ ਜਾਏ। ਇਸੇ ਤਰ੍ਹਾਂ ਜਿਵੇਂ ਸਰੀਰ ਦੇ ਅੰਦਰ ਜਿੰਦ ਹੈ ਤਾਂ ਸਰੀਰ ਜ਼ਿੰਦਾ ਹੈ, ਅਸੀਂ ਬੋਲ ਰਹੇ ਹਾਂ, ਵੇਖ ਰਹੇ ਹਾਂ, ਚੱਲ ਰਹੇ ਹਾਂ। ਜੇ ਸਰੀਰ ਤੋਂ ਸਵਾਸ ਨਿਕਲ ਗਏ ਤੇ ਸਰੀਰ ਮਰ ਜਾਏਗਾ। ਦੂਜੇ ਪਾਸੇ ਜੇ ਬੰਦੇ ਦੇ ਅੰਦਰ ਗੁਰੂ ਦਾ ਸ਼ਬਦ ਹੈ, ਸੱਚ ਹੈ, ਤਾਂ ਬੰਦਾ ਅਸਲ 'ਚ ਜਿਉਂਦਾ ਹੈ। ਤੇ ਜੇ ਅੰਦਰ ਗੁਰੂ ਦਾ ਸ਼ਬਦ, ਉਪਦੇਸ਼, ਗਿਆਨ, ਗੁਰੂ ਦੀ ਵਿਚਾਰਧਾਰਾ, ਰੱਬੀ ਗੁਣ ਨਹੀਂ ਤਾਂ ਬੰਦਾ ਅੰਦਰੋਂ ਮਰ ਜਾਂਦਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ। ਬੰਦਾ ਉਦੋਂ ਤੱਕ ਹੀ ਜਿਉਂਦਾ ਹੈ ਜਦੋਂ ਤੱਕ ਅੰਦਰ ਸੱਚ, ਜਦੋਂ ਤੱਕ ਸੱਚ ਦੇ ਨਾਲ ਜੁੜਿਆ ਹੈ। ਜਦੋਂ ਬੰਦਾ ਰੱਬ ਨਾਲੋਂ, ਸੱਚ ਨਾਲੋਂ ਟੁੱਟਦਾ ਹੈ, ਸ਼ੁਭ ਗੁਣਾਂ ਨਾਲੋਂ ਟੁੱਟਦਾ ਹੈ, ਤਾਂ ਬੰਦਾ ਅੰਦਰੋਂ ਮਰ ਜਾਂਦਾ ਹੈ। ਫਿਰ ਬੰਦਾ ਇੱਕ ਜਿਉਂਦੀ ਫਿਰਦੀ, ਚੱਲਦੀ ਫਿਰਦੀ ਲਾਸ਼ ਰਹਿ ਜਾਂਦੀ। ਐਸੇ ਇਨਸਾਨਾਂ ਵਾਸਤੇ ਗੁਰੂ ਜੀ ਨੇ ਕਿਹਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ। ਉਹ ਵੇਖਣ ਨੂੰ ਬੰਦਾ ਰਹਿ ਜਾਂਦਾ ਹੈ, ਅੰਦਰ ਉਹਦੇ ਪਸ਼ੂ ਬਿਰਤੀਆਂ ਪੈਦਾ ਹੋ ਜਾਂਦੀਆਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੀਵਾਂ ਦੇ ਅੰਦਰ ਜੋ ਜੀ ਹੈ, ਅਸਲ ਜੋ ਜੀਵਨ ਹੈ, ਉਹ ਗੁਰੂ ਦਾ ਸ਼ਬਦ ਹੈ। ਜੋ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਨੇ, ਯਾਨੀ ਜੋ ਗੁਰੂ ਸ਼ਬਦ ਨੂੰ ਇੰਪਲੀਮੈਂਟ ਕਰਦੇ ਨੇ ਮਨ, ਬਚਨ, ਕਰਮ ਕਰਕੇ, ਅਸਲੀ ਜਿਉਂਦੇ ਨੇ ਉਹ। ਜਿਤ ਸਹੁ ਮੇਲਾਵਾ ਹੋਏ, ਇਸ ਸਿਫਤ ਸਲਾਹ ਦੀ ਰਾਹੀਂ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਦੇਖੋ, ਇੱਕ ਤੇ ਬੰਦੇ ਨੂੰ ਆਤਮਿਕ ਜੀਵਨ ਮਿਲਦਾ ਹੈ, ਤੇ ਇਹ ਸ਼ਬਦ ਉਪਦੇਸ਼ ਮੁਤਾਬਕ ਜ਼ਿੰਦਗੀ ਜੀਵਿਆਂ ਪ੍ਰਭੂ ਦਾ ਮਿਲਾਪ ਹੁੰਦਾ ਹੈ। ਬੰਦਾ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੋ ਜਾਂਦਾ ਹੈ। ਬਿਨ ਸ਼ਬਦੈ ਜਗ ਆਨੇਰ ਹੈ, ਸ਼ਬਦੇ ਪ੍ਰਗਟ ਹੋਏ। ਜਗ ਦਾ ਮਤਲਬ ਜਗਤ ਵਿੱਚ, ਆਨੇਰ ਦਾ ਮਤਲਬ ਹਨੇਰਾ, ਪ੍ਰਗਟ ਦਾ ਮਤਲਬ ਚਾਨਣਾ। ਸ਼ਬਦੇ ਪ੍ਰਗਟ ਹੋਏ। ਪ੍ਰਭੂ ਦੀ ਸਿਫਤ ਸਲਾਹ ਤੋਂ ਖੁੰਝ ਕੇ ਜਗਤ ਵਿੱਚ ਆਤਮਿਕ ਜੀਵਨ ਵੱਲੋਂ ਹਨੇਰਾ ਹੈ। ਜੇ ਬੰਦਾ ਰੱਬੀ ਗੁਣਾਂ ਤੋਂ ਖੁੰਝਿਆ ਹੈ, ਮੰਨ ਲਓ ਕੋਈ ਬੰਦਾ ਸੱਚ ਨਹੀਂ ਬੋਲਦਾ, ਦਇਆ ਨਹੀਂ ਕਰਦਾ, ਪਿਆਰ ਮੁਹੱਬਤ ਅੰਦਰ ਨਹੀਂ ਹੈ, ਤਾਂ ਗੁਰੂ ਜੀ ਕਹਿੰਦੇ ਨੇ ਜਗਤ ਦੇ ਅੰਦਰ ਹਨੇਰਾ ਹੈ, ਆਤਮਿਕ ਜੀਵਨ ਵੱਲੋਂ ਹਨੇਰਾ ਹੈ। ਉਹਨੂੰ ਆਤਮਿਕ ਜੀਵਨ ਦੀ ਸੂਝ ਨਹੀਂ ਹੈ। ਤੇ ਇਹ ਜਿਹੜਾ ਚਾਨਣਾ ਹੈ ਨਾ ਆਤਮਿਕ ਜੀਵਨ ਦਾ, ਸ਼ਬਦੇ ਪ੍ਰਗਟ ਹੋਏ, ਗੁਰੂ ਦੇ ਸ਼ਬਦ ਦੀ ਰਾਹੀਂ। ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਸ਼ਬਦ ਦਾ ਮਤਲਬ ਗੁਰੂ ਦਾ ਦਿੱਤਾ ਵੇ ਆਫ ਲਾਈਫ। ਜੋ ਗੁਰੂ ਦਾ ਦਿੱਤਾ ਵੇ ਆਫ ਲਾਈਫ ਹੈ, ਇਸ ਜੀਵਨ ਨੂੰ ਅਪਣਾਉਣ ਦੇ ਨਾਲ ਜੀਵਨ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ। ਔਰ ਗੁਰੂ ਗਿਆਨ ਤੋਂ ਬਿਨਾ ਇਹ ਜਿਹੜਾ ਜੀਵਨ ਹੈ, ਜਗਤ ਹੈ, ਆਤਮਿਕ ਜੀਵਨ ਵੱਲੋਂ ਹਨੇਰਾ ਹੀ ਟਿਕਿਆ ਰਹਿੰਦਾ ਹੈ। ਪੰਡਿਤ ਮੋਨੀ ਪੜ ਪੜ ਥੱਕੇ, ਭੇਖ ਥੱਕੇ ਤਨ ਧੋਏ। ਇੱਥੇ ਪੜ ਪੜ ਨਹੀਂ ਬੋਲਣਾ, ਰੜਾੜੇ ਥੱਲੇ ਅੱਧਾ ਹਾ ਲਾ ਕੇ ਬੋਲਣਾ ਹੈ ਪੜ ਪੜ। ਪੜ ਦਾ ਮਤਲਬ ਹੁੰਦਾ ਹੈ ਡਿੱਗਣਾ, ਸੌਣਾ, ਲੇਟਣਾ, ਤੇ ਪੜ ਦਾ ਮਤਲਬ ਹੁੰਦਾ ਹੈ ਪੜਨਾ। ਮੋਨੀ ਦਾ ਮਤਲਬ ਮੁਨੀ, ਜੋ ਬੋਲਦੇ ਨਹੀਂ, ਕਿਸੇ ਨਾਲ ਲਗਾਤਾਰ ਸਮਾਧੀ ਲਾਈ ਰੱਖਦੇ ਨੇ। ਪੰਡਿਤ ਦਾ ਮਤਲਬ ਵਿਦਵਾਨ, ਪੰਡਿਤ ਜਿਹੜੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਮੁਨੀ ਲੋਕ ਔਰ ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ ਪੜ ਕੇ ਹਾਰ ਗਏ ਨੇ। ਮੋਨੀ ਸਮਾਧੀਆਂ ਲਾ ਲਾ ਕੇ, ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ ਪੜ ਕੇ ਥੱਕ ਗਏ ਨੇ, ਹਾਰ ਗਏ ਨੇ। ਭੇਖ ਥੱਕੇ ਤਨ ਧੋਏ। ਤੇ ਜਿਹੜੇ ਭੇਖ ਧਾਰਨ ਵਾਲੇ ਨੇ, ਭੇਖ ਧਾਰੀ, ਜਿਨ੍ਹਾਂ ਨੇ ਸਿਰਫ ਸਰੀਰ ਦੇ ਉੱਤੇ ਧਾਰਮਿਕ ਭੇਖ ਧਾਰਨ ਕੀਤਾ ਹੈ, ਧਾਰਮਿਕ ਕੱਪੜੇ ਪਾਏ ਨੇ, ਲੰਬਾ ਸਾਰਾ ਚੋਲਾ ਪਾਇਆ ਹੈ,
ਗਲ ਵਿੱਚ 2-3 ਮਾਲਾ ਫੜੀਆਂ ਨੇ, 1-2 ਮਾਲਾ ਹੱਥ ਵਿੱਚ ਫੜੀਆਂ ਨੇ, 1-2 ਸਿਰ ਤੇ ਵੀ ਪਾਈਆਂ ਹੋਈਆਂ ਨੇ, ਚਿੱਟਾ ਲਿਸ਼ਕਿਆ ਸਟੀਲ ਦਾ ਡੋਲੂ ਫੜਿਆ ਹੈ ਤੇ ਨਾਲ 2-4 ਸੇਵਕ ਵੀ ਨੇ, ਔਰ ਤੀਰਥਾਂ ਤੇ ਨਹਾਉਂਦੇ ਫਿਰਦੇ ਨੇ। ਬਾਹਰ ਬੜੀ ਸਫਾਈ ਰੱਖੀ ਹੋਈ ਹੈ। ਗੁਰੂ ਜੀ ਕਹਿੰਦੇ ਨੇ ਕੰਮ ਕਰਨ ਵਾਲੇ ਥੱਕ ਗਏ ਨੇ, ਹਾਰ ਗਏ ਨੇ, ਪਰ ਆਤਮਿਕ ਜੀਵਨ ਨਹੀਂ ਮਿਲਿਆ, ਕਿਉਂਕਿ ਪੰਡਿਤ ਨਿਰਾ ਪੜ ਰਿਹਾ ਹੈ ਤੇ ਪੜਨ ਦਾ ਲਾਭ ਤਾਂ ਤੱਕ ਨਹੀਂ ਜਦੋਂ ਤੱਕ ਬੰਦਾ ਸੱਚ ਦਾ ਧਾਰਨੀ ਨਹੀਂ ਹੈ। ਤਾਂ ਮੁਨੀ ਲੋਕ, ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ ਕੇ ਹਾਰ ਗਏ, ਭੇਖਾਂ ਵਾਲੇ ਸਾਧੂ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਥੱਕ ਗਏ। ਬਿਨ ਸ਼ਬਦੈ ਕਿਨੈ ਨਾ ਪਾਇਓ। ਸ਼ਬਦੈ ਦਾ ਮਤਲਬ ਸਿਫਤ ਸਲਾਹ, ਸ਼ਬਦੈ ਦਾ ਮਤਲਬ ਪ੍ਰਭੂ ਦਾ ਹੁਕਮ। ਪਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਤੋਂ ਬਿਨਾ, ਰੱਬੀ ਹੁਕਮ ਵਿੱਚ ਤੁਰਨ ਤੋਂ ਬਿਨਾ ਕਿਨੈ ਨਾ ਪਾਇਓ, ਕਿਸੇ ਨੇ ਵੀ ਰੱਬ ਨੂੰ ਨਹੀਂ ਪਾਇਆ, ਕਿਸੇ ਨੇ ਵੀ ਆਤਮਿਕ ਜੀਵਨ ਹਾਸਲ ਨਹੀਂ ਕੀਤਾ। ਸ਼ਬਦ ਦਾ ਮਤਲਬ ਇੱਥੇ ਹੁਕਮ। ਰੱਬੀ ਹੁਕਮ ਵਿੱਚ ਤੁਰਨ ਤੋਂ ਬਿਨਾ, ਰੱਬੀ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾ ਕਿਸੇ ਨੇ ਵੀ ਨਹੀਂ ਪਾਇਆ। ਦੁਖੀਏ ਚੱਲੇ ਰੋਏ। ਚੱਲੇ ਦਾ ਮਤਲਬ ਉਹਨਾਂ ਨੇ ਜੀਵਨ ਜੀਵਿਆ, ਉਹਨਾਂ ਨੇ ਇਸ ਸੰਸਾਰ ਦੇ ਅੰਦਰ ਦੁਖੀ ਹੋ ਕੇ ਜੀਵਨ ਜੀਵਿਆ, ਰੋਂਦਿਆਂ ਹੀ ਜ਼ਿੰਦਗੀ ਗੁਜ਼ਾਰੀ, ਔਰ ਇਸ ਦੁਨੀਆ ਤੋਂ ਰੋਂਦੇ ਹੀ ਚਲੇ ਗਏ। ਸਾਰੀ ਜ਼ਿੰਦਗੀ ਦੁੱਖਾਂ ਵਿੱਚ ਗੁਜ਼ਾਰੀ, ਔਰ ਆਖਿਰ ਦੁੱਖਾਂ ਦੇ ਵਿੱਚ ਹੀ ਸਰੀਰ ਵੀ ਤਿਆਗ, ਥੱਕ ਗਏ ਪੜ ਕੇ, ਹਾਰ ਗਏ ਪੜ ਕੇ। ਪਰ ਜੇ ਗੁਰੂ ਦਾ ਸ਼ਬਦ ਨਹੀਂ, ਉਪਦੇਸ਼ ਦੇ ਧਾਰਨੀ ਨਹੀਂ, ਰੱਬੀ ਹੁਕਮ ਵਿੱਚ ਨਹੀਂ ਤੁਰਦੇ, ਤਾਂ ਉਹ ਚਾਹੇ ਕੋਈ ਪੰਡਿਤ ਹੈ, ਚਾਹੇ ਕੋਈ ਭੇਖ ਧਾਰਨ ਵਾਲਾ ਹੈ, ਧਾਰਮਿਕ ਬਾਣਾ ਪਾਇਆ ਹੈ, ਚਾਹੇ ਤੀਰਥਾਂ ਤੇ ਨਹਾਉਣ ਵਾਲਾ ਹੈ, ਉਹ ਦੁਖੀ ਰਹੇਗਾ ਹੀ ਰਹੇਗਾ। ਸੁੱਖ ਹੈ ਪ੍ਰਭੂ ਦੀ ਸਿਫਤ ਸਲਾਹ ਵਿੱਚ, ਸੁੱਖ ਹੈ ਰੱਬੀ ਹੁਕਮ ਵਿੱਚ ਤੁਰਨ ਦੇ ਅੰਦਰ। ਨਾਨਕ ਨਦਰੀ ਪਾਈਐ ਪਰਮ ਪ੍ਰਾਪਤ ਹੋਏ। ਨਦਰੀ ਦਾ ਮਤਲਬ ਮਿਹਰ ਦੀ ਨਜ਼ਰ ਨਾਲ, ਪਰ ਪ੍ਰਭੂ ਦੀ ਜੋ ਸਿਫਤ ਸਲਾਹ ਹੈ ਮਿਹਰ ਦੀ ਨਜ਼ਰ ਨਾਲ ਮਿਲਦੀ ਹੈ। ਕਰਮ ਪ੍ਰਾਪਤ ਹੋਏ, ਕਰਮ ਦਾ ਮਤਲਬ ਜੋ ਸਾਡੇ ਲਿਖੇ ਹੋਏ ਕਰਮ ਨੇ, ਸਾਡੇ ਅੰਦਰ ਸੰਸਕਾਰ, ਉਹਨਾਂ ਦੀ ਰਾਹੀਂ ਮਿਲਦੀ ਹੈ। ਹੁਣ ਰੱਬ ਦੀ ਰਹਿਮਤ ਕਿਵੇਂ ਮਿਲੇਗੀ? ਜੋ ਸਾਡੇ ਅੰਦਰ ਲਿਖੇ ਹੋਏ ਸੰਸਕਾਰ ਨੇ, ਉਦਮ ਰਾਹੀਂ। ਰੱਬ ਦੀ ਰਹਿਮਤ ਹਰ ਥਾਂ ਤੇ ਹੋ ਰਹੀ ਹੈ, ਇਹ ਮੈਂ ਬੇਨਤੀ ਰੋਜ਼ ਕਰ ਰਿਹਾ। ਆ ਜਿਹੜਾ ਦਿਸਦਾ ਜਗਤ ਹੈ ਨਾ ਸਾਰਾ, ਇਹ ਰੱਬ ਦੀ ਕਿਰਪਾ ਹੀ ਤੇ ਹੈ। ਧਰਤੀ ਹੈ, ਚੰਦਰਮਾ ਹੈ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼ ਗੰਗਾਵਾਂ, ਨਦੀਆਂ, ਨਾਲੇ, ਝੀਲਾਂ, ਸਮੁੰਦਰ, ਦਰਿਆ, ਵਨਸਪਤੀ, ਪਸ਼ੂ, ਪੰਛੀ, ਇਸਤਰੀਆਂ, ਪੁਰਸ਼, ਬੱਚੀਆਂ, ਬੱਚੇ, ਧਨ ਦੌਲਤ, ਇਹ ਸਾਰਾ ਕੁਝ ਰੱਬ ਦੀ ਰਹਿਮਤ ਹੀ ਤੇ ਹੈ। ਰੱਬ ਨੇ ਅੱਖਾਂ ਦਿੱਤੀਆਂ, ਹੱਥ ਦਿੱਤੇ, ਪੈਰ ਦਿੱਤੇ, ਦਿਮਾਗ ਦਿੱਤਾ, ਸਾਰੇ ਸਾਧਨ ਦਿੱਤੇ, ਹਰ ਗੁਣ ਦਿੱਤਾ, ਹਰ ਪੋਸੀਬਿਲਿਟੀ ਦਿੱਤੀ, ਰੱਬ ਦੀ ਰਹਿਮਤ ਹੀ ਤੇ ਹੈ। ਪਰ ਇੰਨੀ ਰਹਿਮਤ ਬਰਸਦਿਆਂ ਵੀ ਪ੍ਰਾਪਤ ਨਹੀਂ ਹੈ ਨਾ ਕਿਸੇ ਨੂੰ। ਹੁਣ ਪ੍ਰਾਪਤ ਕੌਣ ਕਰੇਗਾ? ਸਮੁੰਦਰ ਪਾਣੀ ਦਾ ਭਰਿਆ ਹੋਇਆ ਹੈ, ਲਹਿ ਲਹਾ ਰਿਹਾ ਹੈ, ਛੱਲਾਂ ਮਾਰ ਰਿਹਾ ਹੈ, ਪਰ ਹੁਣ ਸਮੁੰਦਰ ਤੋਂ ਪਾਣੀ ਕਿਵੇਂ ਆਏਗਾ? ਘਰ ਸਮੁੰਦਰ ਨੇ ਪਾਣੀ ਦੇਣ ਤੇ ਨਹੀਂ ਨਾ ਆਉਣਾ। ਨਲਕਾ ਚੱਲ ਰਿਹਾ ਹੈ, ਨਲਕੇ ਨੇ ਪਾਣੀ ਹੁਣ ਘਰ ਦੇਣ ਤੇ ਨਹੀਂ ਨਾ ਆਉਣਾ। ਖੂਹ ਹੈ, ਖੂਹ ਤੋਂ ਪਾਣੀ ਜਿੰਨਾ ਮਰਜ਼ੀ ਭਰ ਲਿਓ, ਖੂਹ ਨੇ ਪਾਣੀ ਘਰ ਦੇਣ ਤੇ ਨਹੀਂ ਨਾ ਆਉਣਾ, ਜਾ ਕੇ ਭਰਨਾ ਤੇ ਪੈਣਾ ਹੈ ਨਾ। ਹੁਣ ਗੁਰਦੁਆਰਾ ਸਾਹਿਬ ਵਿੱਚ ਲੰਗਰ ਚੱਲ ਰਿਹਾ ਹੈ ਨਾ, ਤਾਂ ਸੇਵਾਦਾਰਾਂ ਨੇ ਲੰਗਰ ਘਰ ਛਕਾਉਣ ਤੇ ਨਹੀਂ ਨਾ ਆਉਣਾ। ਜਿਹੜਾ ਜਾਏਗਾ ਗੁਰਦੁਆਰਾ ਸਾਹਿਬ, ਲੰਗਰ ਚੱਲ ਰਿਹਾ ਹੈ, ਛਕ ਲਵੇ। ਇਹਨਾਂ ਹਿੰਮਤ ਤਾਂ ਕਰਨੀ ਪੈਗੀ ਨਾ, ਥਾਲੀ ਤਾਂ ਚੱਕਣੀ ਪਏਗੀ, ਲਾਈਨ ਵਿੱਚ ਲੱਗਣਾ ਪਵੇਗਾ ਨਾ, ਮੂੰਹ ਚ ਬੁਰਕੀ ਤੋੜ ਕੇ ਤੇ ਪਾਣੀ ਪੈਣੀ ਹੈ ਨਾ, ਇਹਨਾਂ ਕੰਮ ਤੇ ਕਰਨਾ ਪੈਣਾ ਹੈ ਨਾ। ਰੱਬ ਦੀ ਰਹਿਮਤ ਬਰਸ ਰਹੀ ਹੈ। ਕਰਮ ਪ੍ਰਾਪਤ ਹੋਏ, ਉਹ ਕਰਮ ਦੇ ਨਾਲ ਪ੍ਰਾਪਤ ਹੋਏਗੀ, ਉਦਮ ਕਰਨ ਦੇ ਨਾਲ। ਇੰਨਾ ਤੇ ਉਦਮ ਕਰਨਾ ਪੈਣਾ ਨਾ ਸੱਚ ਬੋਲਣ ਦਾ, ਸੱਚ ਬੋਲਣ ਦਾ ਉਦਮ ਤੇ ਕਰਨਾ ਪੈਣਾ ਹੈ। ਰੱਬ ਨੇ ਸਾਡੇ ਅੰਦਰ ਸੱਚ ਤੇ ਰੱਖਿਆ ਹੋਇਆ ਹੈ। ਸਾਡੇ ਅੰਦਰ ਸੱਚ ਵੀ ਹੈ, ਦਇਆ ਵੀ ਹੈ, ਪਿਆਰ ਵੀ ਹੈ, ਇਨਸਾਨੀਅਤ ਵੀ ਹੈ, ਇਹ ਚੀਜ਼ਾਂ ਸਾਰੀਆਂ ਹੈ ਨੇ। ਪਰ ਇਹਨਾਂ ਚੀਜ਼ਾਂ ਵਾਸਤੇ ਯਤਨ ਤਾਂ ਕਰਨਾ ਪੈਣਾ ਨਾ, ਸੱਚ ਬੋਲਣ ਲਈ, ਪਿਆਰ ਕਰਨ ਲਈ। ਤਾਂ ਗੁਰੂ ਜੀ ਕਹਿੰਦੇ ਨੇ ਇਹ ਸਾਰਾ ਕੁਝ ਰੱਬ ਦੀ ਰਹਿਮਤ ਹੈ। ਰਹਿਮਤ ਰਾਹੀਂ ਪ੍ਰਭੂ ਮਿਲਦਾ ਹੈ, ਤੇ ਇਹ ਰਹਿਮਤ ਜਿਹੜੀ ਹੈ ਕਰਮ ਦੇ ਨਾਲ, ਕਰਮ ਕਰਨ ਦੇ ਨਾਲ, ਉਦਮ ਕਰਨ ਦੇ ਨਾਲ ਮਿਲਦਾ। ਪੌੜੀ ਇਸਤਰੀ ਪੁਰਖ ਹੈ ਅਤ ਨਹਿ ਬਹਿ ਮੰਦ ਪਕਾਇਆ। ਅਤ ਨਹਿ ਦਾ ਮਤਲਬ ਬਹੁ ਪਿਆਰ, ਬਹਿ ਦਾ ਮਤਲਬ ਬੈਠ ਕੇ, ਮੰਦ ਦਾ ਮਤਲਬ ਮੰਦੀ ਸਲਾਹ, ਵਿਕਾਰ ਦੀ ਚਿਤਵਨੀ। ਮੰਦ ਵਿਸ਼ਿਆਂ ਵਾਲਾ ਮੋਹ ਵਧਾਉਂਦੇ।
ਇਹਦੇ ਦੋ ਅਰਥ ਕੀਤੇ ਨੇ। ਭਾਈ ਸਾਹਿਬ ਪਟਿਆਲੇ ਵਾਲੇ ਜਿਹੜੇ ਨੇ ਉਹਨਾਂ ਨੇ ਇਹਦਾ ਮੰਦ ਦਾ ਮਤਲਬ ਸਲਾਹ ਕੀਤੀ ਹੈ ਕਿ ਉਹਨਾਂ ਨੇ ਸਲਾਹ ਮਤਲਬ ਬੈਠ ਕੇ ਪਿਆਰ ਦੇ ਨਾਲ ਕਰਦੇ ਨੇ। ਲੇਕਿਨ ਮੰਦ ਦਾ ਜੋ ਬਹੁਤੇ ਵਿਦਵਾਨ ਨੇ ਉਹਨਾਂ ਨੇ ਅਰਥ ਮੰਦਾ ਵਿਸ਼ਿਆਂ ਵਾਲਾ ਮੋਹ, ਇਸਤਰੀ ਪੁਰਖ ਹੈ ਅਤ ਨਹਿ ਬਹਿਮੰਦ ਪਕਾਇਆ, ਕਿ ਜੇ ਮਨੁੱਖ ਦਾ ਆਪਣੀ ਇਸਤਰੀ ਨਾਲ ਬਹੁਤ ਪਿਆਰ ਹੈ, ਮੰਦਾ ਹੈ, ਇਹਦਾ ਸਿੱਟਾ ਆਮ ਤੌਰ ਤੇ ਨਿਕਲੇਗਾ ਕਿ ਬੈਠ ਕੇ ਕੋਈ ਵਿਕਾਰ ਦੀ ਚਿਤਵਨੀ ਹੀ ਚਿਤਵਦਾ ਹੈ ਤੇ ਨਾਸ਼ਵੰਤ ਪਦਾਰਥਾਂ ਦੇ ਨਾਲ ਮੋਹ ਵਧਾਉਂਦਾ ਹੈ। ਭਾਈ ਸਾਹਿਬ ਸਿੰਘ ਜੀ ਇਹ ਲਿਖ ਰਹੇ ਨੇ। ਤਾਂ ਮੰਦਾ ਵਿਸ਼ਿਆਂ ਵਾਲਾ ਮੋਹ ਵਧਾਉਂਦੇ ਰਹਿੰਦੇ ਨੇ। ਮੇਨ ਇਹਦਾ ਅਰਥ ਇਹ ਨਿਕਲੇਗਾ ਕਿ ਇਸਤਰੀ ਪੁਰਖ ਹੈ ਅਤ ਨਹਿ, ਕਿ ਉਹਨਾਂ ਇਸਤਰੀਆਂ ਪੁਰਸ਼ਾਂ ਦੀ ਗੱਲ ਹੈ ਜਿਹੜੇ ਮੰਦਾ ਚਿਤਵਦੇ ਨੇ, ਸਾਰਿਆਂ ਦੀ ਨਹੀਂ ਹੈ, ਕਿਉਂਕਿ ਸਾਰੇ ਇਸਤਰੀ ਪੁਰਸ਼ ਮੰਦਾ ਨਹੀਂ ਕਮਾਉਂਦੇ। ਇੱਥੇ ਉਹਨਾਂ ਦੀ ਗੱਲ ਹੈ। ਇਸਤਰੀ ਪੁਰਖ ਹੈ ਅਤ ਨਹਿ ਬਹਿਮੰਦ ਪਕਾਇਆ, ਕਿ ਇਸਤਰੀ ਪੁਰਸ਼ ਦੇ ਅੰਦਰ ਦੇ ਬੜਾ ਪਿਆਰ ਹੈ, ਪਰ ਉਹ ਬਹਿ ਕੇ ਮੰਦ ਪਕਾ ਰਹੇ ਨੇ। ਮੰਦ ਪਕਾਉਣ ਦਾ ਮਤਲਬ ਮੰਦਾ ਵਿਸ਼ਿਆਂ ਵਾਲਾ ਮੋਹ ਵਧਾ ਰਹੇ ਨੇ, ਵਿਸ਼ਿਆਂ ਵਾਲਾ ਮੋਹ ਵਧਾ ਰਹੇ ਨੇ। ਰਲ ਕੇ ਸਲਾਹ ਕਰ ਰਹੇ ਨੇ ਵੀ ਕਿਵੇਂ ਕਿਸੇ ਨੂੰ ਠਿੱਬੀ ਲਾਈਏ, ਕਿਵੇਂ ਕਿਸੇ ਦੀ ਠੱਗੀ ਮਾਰੀਏ, ਮਾੜੇ ਵਿਚਾਰ ਸੋਚ ਰਹੇ ਨੇ। ਤਾਂ ਉਹ ਜਿਹੜਾ ਹੈ ਗਲਤ ਹੈ। ਐਸਾ ਜੀ ਦਿਸਤਾ ਸਭ ਕੁਛ ਚਲਸੀ ਮੇਰੇ ਪ੍ਰਭ ਪਾਇਆ, ਪਰ ਪ੍ਰਭੂ ਦਾ ਭਾਣਾ ਇਹ ਹੈ ਕਿ ਜੋ ਕੁਛ ਅੱਖੀਂ ਵੇਖ ਰਿਹਾ ਇਹ ਸਭ ਨੇ ਨਾਸ ਹੋ ਜਾਣਾ ਹੈ, ਇਹ ਸਾਰਾ ਕੁਛ ਖਤਮ ਹੋ ਜਾਣ ਵਾਲਾ ਹੈ, ਨਾਸ਼ ਹੋ ਜਾਣ ਵਾਲਾ ਹੈ। ਪਰ ਜੋ ਇਸਤਰੀ ਪੁਰਸ਼ ਦੇ ਅੰਦਰ ਮੋਹ ਹੈ ਤੇ ਉਹ ਇਹਨੂੰ ਸਦਾ ਥਿਰ ਰਹਿਣ ਵਾਲਾ ਸਮਝ ਰਹੇ ਨੇ, ਤੇ ਇਹਨੂੰ ਸਦਾ ਥਿਰ ਰਹਿਣ ਵਾਲਾ ਸਮਝ ਕੇ ਸੱਚ ਨੂੰ, ਦਇਆ ਧਰਮ ਨੂੰ ਛੱਡ ਦਿੱਤਾ ਹੈ ਤੇ ਕੇਵਲ ਪਦਾਰਥਾਂ ਨੂੰ ਆਪਣੀ ਜ਼ਿੰਦਗੀ ਦਾ ਗੋਲ ਬਣਾ ਲਿਆ, ਤਾਂ ਉੱਥੇ ਫਿਰ ਗਲਤ ਜੀਵਨ ਦਾ ਰਾਹ ਅਪਣਾਇਆ ਗਿਆ। ਕਿਉਂ ਰਹੀ ਹੈ ਥਿਰ ਜਗ ਕੋ ਕੱਢੋ ਉਪਾਇਆ, ਜਗ ਦਾ ਮਤਲਬ ਜਗਤ ਵਿੱਚ, ਕੋ ਉਪਾਇਆ ਦਾ ਮਤਲਬ ਕੋਈ ਉਪਾਅ, ਕੱਢੋ ਦਾ ਮਤਲਬ ਲੱਭੋ। ਤਾਂ ਗੁਰੂ ਜੀ ਕਹਿੰਦੇ ਨੇ ਫਿਰ ਕੋਈ ਐਸਾ ਉਪਾਅ ਲੱਭੋ ਜਿਸ ਕਰਕੇ ਜਗਤ ਵਿੱਚ ਸਦਾ ਟਿਕੇ ਰਹੀਏ। ਯਾਨੀ ਸਦਾ ਸਰੀਰਕ ਤੌਰ ਤੇ ਅਸੀਂ ਟਿਕੇ ਰਹਿ ਹੀ ਨਹੀਂ ਸਕਦੇ। ਕੋਈ ਐਸਾ ਉਪਾਅ ਕੱਢ ਕੇ ਵੇਖ ਲਓ, ਕੋਈ ਐਸਾ ਉਪਾਅ ਹੈ? ਐਸਾ ਉਪਾਅ ਹੈ ਹੀ ਨਹੀਂ ਹੈ ਕਿ ਅਸੀਂ ਸਦਾ ਜਿੰਦੇ ਰਹਿ ਸਕੀਏ। ਬੇਸ਼ੱਕ ਆਉਣ ਵਾਲੇ ਟਾਈਮ ਦੇ ਅੰਦਰ ਬੰਦਾ ਐਸੀਆਂ ਸਫਲਤਾਵਾਂ ਹਾਸਲ ਕਰ ਲਵੇ ਕਿ ਇਹ ਬੰਦਾ ਸੈਂਕੜੇ ਸਾਲ ਜਿੰਦਾ ਰਹਿ ਸਕੇ, ਪਰ ਸੈਂਕੜੇ ਸਾਲ ਜਿੰਦਾ ਰਹਿਣ ਤੋਂ ਬਾਅਦ ਮਰਨਾ ਤੇ ਫਿਰ ਵੀ ਪੈਣਾ ਹੈ। ਜੇ 100 ਵਰਿਆਂ ਜੀਵਣਾ ਭੀਤਨ ਹੋ ਸਿੱਖੇ, ਜੇ ਸਾਰੇ ਲੋਕ ਸਦਾ ਜਿੰਦੇ ਰਹਿ ਜਾਣ ਤੇ ਦੁਨੀਆ ਚੱਲ ਹੀ ਨਹੀਂ ਸਕਦੀ। ਤਾਂ ਗੁਰੂ ਜੀ ਕਹਿੰਦੇ ਨੇ ਕੋਈ ਇਹੋ ਜਿਹਾ ਉਪਾਅ ਕੱਢੋ ਜਿਸ ਕਰਕੇ ਸਦਾ ਰਹਿ ਸਕੀਏ। ਤਾਂ ਉਹ ਉਪਾਅ ਸਰੀਰਕ ਉਪਾਅ ਨਹੀਂ ਹੈ, ਉਹ ਉਪਾਅ ਇੱਕ ਹੈ ਕਿ ਅਸੀਂ ਜਿੰਨਾ ਚਿਰ ਵੀ ਹੈ ਆ ਉਹਨਾਂ ਚਿਰ ਆਤਮਿਕ ਜ਼ਿੰਦਗੀ ਅਸੀਂ ਜੀ ਸਕਦੇ ਹਾਂ, ਆਤਮਿਕ ਮੌਤ ਤੇ ਮਰਨ ਤੋਂ ਅਸੀਂ ਬਚ ਸਕਦੇ ਹਾਂ। ਗੁਰਪੂਰੇ ਕੀ ਚਾਕਰੀ ਥਿਰ ਕੰਧ ਸਬਾਇਆ, ਚਾਕਰੀ ਦਾ ਮਤਲਬ ਸੇਵਾ, ਥਿਰ ਦਾ ਮਤਲਬ ਸਦਾ ਕਾਇਮ, ਕੰਧ ਦਾ ਮਤਲਬ ਸਰੀਰ, ਸਬਾਇਆ ਦਾ ਮਤਲਬ ਸਾਰਾ, ਥਿਰ ਦਾ ਮਤਲਬ ਅਡੋਲ, ਵਿਕਾਰਾਂ ਦੇ ਟਾਕਰੇ ਤੇ ਤਗੜਾ। ਤਾਂ ਉਹ ਉਪਾਅ ਕੀ ਹੈ? ਪੂਰੇ ਸਤਿਗੁਰ ਦੀ ਦੱਸੀ ਸੇਵਾ ਭਗਤੀ, ਜਿਸ ਕਰਕੇ ਸਾਰਾ ਸਰੀਰ ਯਾਨੀ ਸਾਰੇ ਗਿਆਨ ਇੰਦਰੇ ਵਿਕਾਰਾਂ ਦੇ ਟਾਕਰੇ ਤੇ ਅਡੋਲ ਰਹਿ ਸਕਦੇ ਨੇ। ਫਿਰ ਕੰਧ ਸਬਾਇਆ ਦਾ ਮਤਲਬ ਸਾਰਾ ਸਰੀਰ ਯਾਨੀ ਸਾਡੇ ਗਿਆਨ ਇੰਦਰੇ। ਜੇ ਗੁਰੂ ਦੀ ਚਾਕਰੀ ਕੀਤੀ ਜਾਏ, ਗੁਰੂ ਦੀ ਚਾਕਰੀ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਿਆ ਜਾਏ, ਤਾਂ ਫਿਰ ਇਹ ਸਾਡੇ ਜੋ ਗਿਆਨ ਇੰਦਰੇ ਨੇ ਨਾ ਸਾਰੇ, ਇਹ ਆਤਮਿਕ ਜ਼ਿੰਦਗੀ ਦੇਣ ਵਾਲੇ ਬਣ ਸਕਦੇ ਨੇ। ਇਹ ਵਿਕਾਰਾਂ ਦੇ ਟਾਕਰੇ ਤੇ ਥਿਰ ਰਹਿ ਸਕਦੇ ਨੇ। ਫਿਰ ਇਹ ਮਰਨਗੇ ਨਹੀਂ, ਮਤਲਬ ਡੋਲਣਗੇ ਨਹੀਂ ਵਿਕਾਰਾਂ ਦੇ ਟਾਕਰੇ। ਜੇ ਗੁਰੂ ਦੇ ਦੱਸੇ ਰਾਹ ਨੂੰ ਅਪਣਾ ਲਿਆ ਜਾਏ ਤਾਂ ਫਿਰ ਅੱਖਾਂ ਵੇਖਣਗੀਆਂ ਤਾਂ ਸਹੀ, ਅੱਖਾਂ ਹੁਣ ਵੀ ਦੇਖ ਰਹੀਆਂ ਨੇ, ਪਰ ਬੇਗਾਨੀ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਵੇਖਦੀਆਂ ਨੇ, ਜਾਂ ਪਰ ਪੁਰਸ਼ ਨੂੰ ਮਾੜੀ ਨਜ਼ਰ ਨਾਲ ਵੇਖਦੀਆਂ ਨੇ। ਪਰ ਜਦੋਂ ਕੋਈ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ ਨਾ, ਅੱਖਾਂ ਦੇਖਣਗੀਆਂ, ਪਰ ਹਰ ਔਰਤ ਨੂੰ ਧੀ ਭੈਣ ਦੇ ਰੂਪ ਵਿੱਚ ਔਰ ਆਪਣੇ ਪਤੀ ਤੋਂ ਇਲਾਵਾ ਹਰ ਪੁਰਖ ਨੂੰ ਭਰਾ ਔਰ ਪੁੱਤਰ ਦੇ ਰੂਪ ਵਿੱਚ ਵੇਖਣਗੀਆਂ। ਜਾਤੀਵਾਦ ਵਿੱਚ ਨਹੀਂ ਵੇਖਣਗੀਆਂ, ਰੱਬ ਦੇ ਰੂਪ ਵਿੱਚ ਵੇਖਣਗੀਆਂ। ਜ਼ਬਾਨ ਫਿਰ ਵੀ ਚੱਲੇਗੀ, ਲੇਕਿਨ ਜ਼ਬਾਨ ਸੱਚ ਤੇ ਚੱਲੇਗੀ, ਪਿਆਰ ਵਾਲੇ ਬੋਲ ਬੋਲੇਗੀ। ਤਾਂ ਇਹ ਜਿਹੜੇ ਸਾਡੇ ਵਿਕਾਰ ਨੇ, ਆਪਣੇ ਗਿਆਨ ਇੰਦਰੇ ਨੇ, ਇਹ ਵਿਕਾਰਾਂ ਦੇ ਟਾਕਰੇ ਦੇ ਉੱਤੇ ਥਿਰ ਹੋ ਸਕਦੇ ਨੇ
ਤਗੜੇ ਹੋ ਸਕਦੇ ਨੇ ਜੇ ਗੁਰੂ ਦੇ ਦੱਸੇ ਰਾਹ ਤੇ ਚੱਲਿਆ ਜਾਏ ਤਾਂ ਆਤਮਿਕ ਜੀਵਨ ਸਾਡਾ ਬਚ ਸਕਦਾ ਹੈ। ਨਾਨਕ ਬਖਸ਼ ਮਿਲਾਇਨ ਹਰ ਨਾਮ ਸਮਾਇਆ। ਸਮਾਇਆ ਦਾ ਮਤਲਬ ਸਮਾ ਗਿਆ, ਲੀਨ ਹੋ ਗਿਆ। ਨਾਮ ਦਾ ਮਤਲਬ ਨਾਮ ਵਿੱਚ, ਹੁਕਮ ਵਿੱਚ। ਬਖਸ਼ ਦਾ ਮਤਲਬ ਮਿਹਰ ਕਰਕੇ, ਮਿਲਾਇਨ ਦਾ ਮਤਲਬ ਮਿਲਾਏ ਨੇ। ਹਰ ਨਾਮ ਸਮਾਇਆ, ਜਿਹੜੇ ਪ੍ਰਭੂ ਦੇ ਹੁਕਮ ਦੇ ਅੰਦਰ ਸਮਾ ਗਏ ਨੇ ਉਹਨਾਂ ਨੂੰ ਪ੍ਰਭੂ ਨੇ ਬਖਸ਼ਿਸ਼ ਕਰਕੇ ਆਪਣੇ ਨਾਲ ਹੀ ਮਿਲਾ ਲਿਆ, ਜਾਂ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੀ ਮਿਹਰ ਕਰਕੇ ਆਪਣੇ ਨਾਲ ਮਿਲਾਇਆ ਹੈ ਉਹ ਰੱਬੀ ਹੁਕਮ ਦੇ ਅੰਦਰ ਸਮਾ ਗਏ ਨੇ, ਰੱਬੀ ਹੁਕਮ ਵਿੱਚ ਲੀਨ ਰਹਿੰਦੇ ਨੇ। ਦੋਵੇਂ ਚੀਜ਼ਾਂ ਇੰਟਰਰਿਲੇਟਡ ਨੇ। ਵਰਡਿੰਗ ਕੋਈ ਵੀ ਵਰਤ ਲਓ ਕਿ ਜੋ ਹੁਕਮ ਦੇ ਅੰਦਰ ਸਮਾ ਗਏ, ਮਨ ਬਚਨ ਕਰਕੇ ਹੁਕਮ ਵਿੱਚ ਤੁਰਦੇ ਨੇ, ਉਹਨਾਂ ਨੂੰ ਰੱਬ ਨੇ ਆਪਣੇ ਨਾਲ ਮਿਲਾ ਦਿਆ। ਭਾਵੇਂ ਤੇ ਐਵੇਂ ਕਹਿ ਲਓ ਜਾਂ ਇਹ ਗੱਲ ਕਹਿ ਲਓ ਕਿ ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਮਿਲਾ ਲਿਆ ਫਿਰ ਉਹ ਰੱਬ ਦੇ ਹੁਕਮ ਵਿੱਚ ਸਮਾ ਗਏ, ਰੱਬ ਦੇ ਹੁਕਮ ਵਿੱਚ ਤੁਰਦੇ ਨੇ। ਗੱਲਾਂ ਦੋਵੇਂ ਇੱਕ ਹੀ ਨੇ। ਤਾਂ ਇਹਦਾ ਮਤਲਬ ਜੇ ਅਸੀਂ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਵੀਏ, ਰੱਬੀ ਹੁਕਮ ਦੇ ਅੰਦਰ ਸਮਾ ਜਾਈਏ ਤਾਂ ਫਿਰ ਅਸੀਂ ਰੱਬ ਦੇ ਅੰਦਰ ਸਮਾ ਸਕਦੇ ਹਾਂ। ਤਾਂ ਜੇ ਇਹਨੂੰ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਜਿਹਦੇ ਨਾਲ ਸਾਡੇ ਬਹੁਤ ਭਰਮ ਭੁਲੇਖੇ ਵੀ ਨਿਕਲ ਜਾਣ ਤਾਂ ਅਸੀਂ ਇਹ ਵਰਡਿੰਗ ਯੂਜ਼ ਕਰ ਸਕਦੇ ਹਾਂ ਕਿ ਰੱਬ ਦੇ ਹੁਕਮ ਦੇ ਅੰਦਰ ਸਮਾ ਜਾਣਾ ਹੀ ਰੱਬ ਦੀ ਪ੍ਰਾਪਤੀ ਹੈ। ਰੱਬੀ ਗੁਣਾਂ ਦੇ ਵਿੱਚ ਸਮਾ ਜਾਣਾ ਹੀ ਰੱਬ ਦੇ ਵਿੱਚ ਸਮਾ ਜਾਣਾ ਹੈ। ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਕਿਉਂਕਿ ਰੱਬ ਦੇ ਅੰਦਰ ਕੇਵਲ ਗੁਣ ਨੇ ਨਾ, ਰੱਬ ਵਿੱਚ ਔਗੁਣ ਤੇ ਹੈ ਹੀ ਨਹੀਂ। ਤੇ ਜਿਹੜਾ ਰੱਬ ਵਿੱਚ ਸਮਾ ਗਿਆ ਉਹਦੇ ਵਿੱਚ ਵੀ ਸਿਰਫ ਗੁਣ ਰਹਿ ਜਾਣਗੇ। ਤੇ ਜਿਹਦੀ ਸੁਰਤ ਸਿਰਫ ਗੁਣਾਂ ਵਿੱਚ ਸਮਾ ਗਈ ਉਹ ਰੱਬ ਵਰਗਾ ਹੋ ਜਾਏਗਾ। ਤਾਂ ਇਹਦਾ ਮਤਲਬ ਅਸੀਂ ਰੱਬੀ ਰਜਾ ਭਾਣੇ ਦੇ ਅੰਦਰ ਚੱਲ ਕੇ ਉਸ ਪ੍ਰਭੂ ਪਰਮਾਤਮਾ ਦੇ ਅੰਦਰ ਸਦਾ ਸਦਾ ਵਾਸਤੇ ਸਮਾ ਕੇ ਉਸ ਮਾਲਕ ਪਿਆਰੇ ਦਾ ਰੂਪ ਹੋ ਸਕਦੇ ਹਾਂ। ਹੋਰ ਕੋਈ ਸਾਧਨ ਸਾਡੇ ਪਾਸ ਨਹੀਂ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਆਪ ਛੋਟਾ ਮੋਟਾ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਆਪਣੇ ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।